ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਹਰ ਸ਼ੁੱਕਰਵਾਰ ਭਗਤ ਬਾਣੀ ਦੇ 94 ਸ਼ਬਦਾਂ ਦੀ ਵਿਚਾਰ ਅਸੀਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਜਿਹੜੇ ਸ਼ਬਦ ਅਰਥ ਭਾਵ ਵਿੱਚ ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹਨ, ਉਹਨਾਂ ਸ਼ਬਦਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਅੱਜ ਦਾ ਸ਼ਬਦ ਏਕ ਕੋਟ ਪੰਜ ਸਿਕਤਾਰਾ ਪੰਚੇ मांगे हाला, जिमी नाही मैं किसी को बोई ऐसा दिल दुखाला। तो अगे रहाव की पंक्ति है। ये विचार अज करनगे वीर कुलवंत सिंह जी जम्मू। बेनती करदा हां वीर जी कृपा करो, अज दी इस विचार नूं आरंभ करो। वाहिगुरू जी का खालसा, वाहिगुरू जी की फतेह। वाहिगुरू साहिब जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। मैं मूर्ख की केतक बात है, कूट पराधी तरियारे। गुरु नानक जिन सुनिया पेखिया, से फिर गर्भास न परियारे। सतनाम श्री वाहिगुरु साहिब जी। सूही ललित कबीर जीओ, एक कोट पंच सिकदारा पंचे मांगे हाला। जिमी नाही मैं किसी की बोई, ऐसा दिन दुखाला। हर के लोगा मोको नीत डसै पटवारी। ऊपर भुजा कर मैं गुर पै पुकारिया, तिन हों लिया उबारी। रहाऊ नौ डाढ़ी तस मुसफ तावें, रैयत बसन न देही। डोरी पूरी मापै नाही, बहु बेशाला लेही। 72 घर एक पुरख समाया, उनदिया नाम लिखाई। 72 घर एक पुरख समाया, उनदिया नाम लिखाई। धर्मराय का दफ्तर सोधया, बाकी रिज्म ना काई। संतां को मत कोई निंदो, संत राम है एको। कहो कबीर मैं सो गुर पाया, जाका नाम बबेको। संतां को मत कोई निंदो, संत राम है एको। कहो कबीर मैं सो गुर पाया, जाका नाम बबेको। परम सन्मान योग गुरमत क्लास में जुड़ बैठे गुरु प्यारियों, सतगुरु की अपार बख्शिश कृपा सदका इस उपराले राही गुरमत दीयां विचारां, इतिहास दीयां विचारां, गुरमत फिलासफी की जानकारी आदान प्रदान करने लई रोजाना चल रही इस गुरमत क्लास विच हाज़री भरन दा मौका अकाल पुरख वाहिगुरू सन जिन्हां नूं बख्शदा है, वो सचमुच धनता दे योग ने। अज दी गुरमत विचार गुरबाणी विचों भगत कबीर जी दे एक शब्द की विचार नाल असीं शुरू करन जा रहे हैं। आओ मन बिरतियां करिए एकागर। इस शब्द जिसका पाठ उच्चारण असीं सरवण कीता है, सरवण करन तो पहला सतगुरु बख्शी फतेह नाल रसना दी पाइए सांझ। फतेह बुलाओ जी। वाहिगुरू जी का खालसा, वाहिगुरू जी की फतेह। ये पावन शब्द जिसका पाठ असीं सारिਆਂ ने सरवण कीता है,
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 793 ਤੇ ਸੁਭਾਈਮਾਨ ਹੈ। ਸ਼ਬਦ ਦਾ ਸਰਲੇਖ ਹੈ, ਸੂਹੀ ਲਲਿਤ ਕਬੀਰ ਜੀਓ। ਸੂਹੀ ਲਲਿਤ ਇਹ ਮਿਸ਼ਰਤ ਰਾਗ ਹੈ। ਸੂਹੀ ਅਤੇ ਲਲਿਤ ਦੋਨਾਂ ਨੂੰ ਮਿਲਾ ਕੇ ਇਹ ਇੱਕ ਰਾਗ ਬਣਿਆ ਹੈ, ਜਿਸ ਰਾਗ ਵਿੱਚ ਭਗਤ ਕਬੀਰ ਜੀ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਹਨ। ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੀਨ ਦੁਖਾਲਾ। ਇੱਥੋਂ ਸ਼ਬਦ ਆਰੰਭ ਹੁੰਦਾ ਹੈ ਤੇ ਅੱਜ ਦੇ ਸ਼ਬਦ ਦਾ ਕੇਂਦਰੀ ਭਾਵ ਜੋ ਗੁਰਬਾਣੀ ਲਿਖਣ ਸ਼ੈਲੀ ਅਨੁਸਾਰ ਰਹਾਉ ਦੇ ਪਦ ਵਿੱਚ ਹੋਇਆ ਕਰਦਾ ਹੈ, ਜਿਸ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹਉ ਲਿਆ ਉਬਾਰੀ ਰਹਾਉ। ਇਹ ਰਹਾਉ ਦੇ ਬੰਦ ਵਿੱਚ ਭਗਤ ਕਬੀਰ ਜੀ ਲਫ਼ਜ਼ੀ ਅਰਥ ਇਸ ਤੇ ਪਹਿਲੇ ਸਮਝ ਲਈਏ। ਹਰ ਕੇ ਲੋਗਾ, हे ਪ੍ਰਮਾਤਮਾ ਦੇ ਮੰਨਣ ਵਾਲਿਓ, ਇਹ ਹਰੀ ਦੇ ਲੋਗੋ, ਇਹ ਇਸ ਪ੍ਰਮਾਤਮਾ ਦੇ ਮੰਨਣ ਵਾਲਿਓ, ਮੋਕੋ ਨੀਤ ਡਸੈ ਪਟਵਾਰੀ, ਮੈਨੂੰ ਹਰ ਰੋਜ਼ ਪਟਵਾਰੀ ਭਾਵ ਜ਼ਮੀਨ ਨਾਪਣ ਵਾਲਾ ਇੱਕ ਕਰਿੰਦਾ ਜੋ ਜ਼ਮੀਨ ਨਾਪ ਕੇ ਦੱਸਦਾ ਕਿ ਤੇਰੇ ਪਾਸ ਇੰਨੀ ਜ਼ਮੀਨ ਹੈ, ਇੰਨੀ ਜ਼ਮੀਨ ਵਿੱਚ ਤੂੰ ਖੇਤੀਬਾੜੀ ਕਰਦਾ ਹੈ। ਪਟਵਾਰੀਆਂ ਦਾ ਕੰਮ ਹੁੰਦੇ ਨੇ ਜ਼ਮੀਨ ਦਾ ਹਿਸਾਬ ਕਿਤਾਬ ਰੱਖਣਾ। ਜ਼ਮੀਨ ਦਾ ਹਿਸਾਬ ਕਿਤਾਬ ਰੱਖਣ ਵਾਲਾ ਮੈਨੂੰ ਹਰ ਰੋਜ਼ ਡੰਗ ਮਾਰਦਾ ਹੈ। ਮੋਕੋ ਨੀਤ ਡਸੈ, ਡਸੈ ਦਾ ਅਰਥ ਹੁੰਦਾ ਹੈ ਡੰਗ ਮਾਰਨਾ, ਭਾਵ ਮੈਨੂੰ ਚੇਤਨ ਕਰਦਾ ਹੈ, ਮੈਨੂੰ ਇੱਕ ਖਦਸ਼ਾ ਮੇਰੇ ਉੱਪਰ ਇੱਕ ਡਰ ਜਿਹਾ ਪੈਦਾ ਕਰਦਾ ਰਹਿੰਦਾ ਹੈ, ਅਤੇ ਉਸ ਡਰ ਨੂੰ ਦੂਰ ਕਰਨ ਲਈ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਮੈਂ ਆਪਣੀਆਂ ਬਾਹਾਂ ਉੱਚੀਆਂ ਕਰਕੇ ਦੋਨੋਂ ਹੱਥ ਜੋੜ ਕੇ ਆਪਣੇ ਗੁਰੂ ਅੱਗੇ ਪੁਕਾਰ ਕੀਤੀ, ਅਰਦਾਸ ਕਰਦਾ ਹਾਂ। ਅਤੇ ਗੁਰੂ ਨੇ ਤਿੰਨ ਦਾ ਅਰਥ ਉਸ ਗੁਰੂ ਨੇ ਜਿਸ ਅੱਗੇ ਮੈਂ ਪੁਕਾਰ ਕਰਦਾ ਹਾਂ, ਤਿੰਨ ਹਉ ਲਿਆ ਉਬਾਰੀ, ਉਸ ਗੁਰੂ ਨੇ ਮੈਨੂੰ ਉਸ ਡਰ ਤੋਂ ਮੁਕਤ ਕਰ ਦਿੱਤਾ, ਉਸ ਨੇ ਮੈਨੂੰ ਉਸ ਡਰ ਤੋਂ ਉਬਾਰ ਲਿਆ, ਬਚਾ ਲਿਆ। ਇਹ ਸ਼ਬਦ ਦਾ ਕੇਂਦਰੀ ਭਾਵ ਭਗਤ ਕਬੀਰ ਜੀ ਨੇ ਵਰਣਨ ਕੀਤਾ ਹੈ। ਆਓ ਇਸ ਨੂੰ ਥੋੜਾ ਖੋਲਣ ਦਾ ਯਤਨ ਕਰੀਏ। ਜਦੋਂ ਮਨੁੱਖ ਆਪਣੇ ਜੀਵਨ ਦੇ ਅੰਦਰ ਗੁਰੂ ਗਿਆਨ ਤੋਂ, ਗੁਰੂ ਸ਼ਬਦ ਤੋਂ ਵਿਹੂਣਾ ਰਹਿ ਜਾਂਦਾ ਹੈ, ਉਸ ਦੇ ਅੰਦਰ ਨਿਤ ਕੋਈ ਨਾ ਕੋਈ ਤੌਖਲਾ, ਡਰ, ਫਿਕਰ ਪਿਆ ਹੀ ਰਹਿੰਦਾ ਹੈ। ਇਸ ਤਰ੍ਹਾਂ ਉਹ ਡਰ ਦੂਰ ਕਰਨ ਲਈ ਮਨੁੱਖ ਉਸ ਡਰ ਨੂੰ ਦੂਰ ਕਰਨ ਦੇ ਉਪਰਾਲੇ ਕਰਦਾ ਹੈ, ਅਤੇ ਗੁਰੂ ਦਾ ਕਰਮ ਹੈ ਉਸ ਡਰ ਨੂੰ ਦੂਰ ਕਰਨਾ। ਕਿ ਕੋਈ ਮਨੁੱਖ ਜਦੋਂ ਕਿਸੇ ਫਿਕਰ ਚਿੰਤਾ ਵਿੱਚ ਹੁੰਦਾ ਹੈ, ਉਹ ਉਹਦਾ ਹੱਲ ਵੀ ਢੂੰਡਦਾ ਹੈ ਕਿ ਇਸ ਦਾ ਹੱਲ ਕੀ ਕਰੀਏ, ਇਸ ਦਾ ਇਲਾਜ ਕੀ ਕਰੀਏ, ਤੇ ਫਿਰ ਆਪਣੇ ਕਿਸੇ ਜਾਣਕਾਰ ਤੋਂ, ਆਪਣੇ ਤੋਂ ਸਿਆਣੇ ਤੋਂ ਉਹ ਇਲਾਜ ਵੀ ਪੁੱਛਦਾ ਹੈ, ਰਾਹ ਵੀ ਪੁੱਛਦਾ ਹੈ ਕਿ ਮੈਨੂੰ ਇਸ ਦਾ ਤੌਖਲਾ ਹੈ, ਮੈਂ ਕਿਵੇਂ ਇਸ ਤੌਖਲੇ ਤੋਂ ਬਚ ਸਕਦਾ ਹਾਂ। ਅਤੇ ਸਿਆਣਾ ਗੁਰੂ, ਸਿਆਣਾ ਪੁਰਸ਼ ਉਸ ਨੂੰ ਫਿਰ ਇਸ ਦਾ ਹੱਲ ਵੀ ਦੱਸਦਾ ਹੈ। ਜੇ ਮਨ ਕਰਕੇ ਉਸ ਗੁਰੂ ਦੀ ਗੱਲ ਨੂੰ ਮੰਨ ਲਿਆ ਜਾਏ, ਉਸ ਸੱਚ ਦੀ ਆਵਾਜ਼ ਨੂੰ ਸੁਣ ਲਿਆ ਜਾਏ, ਅਤੇ ਫਿਰ ਉਹ ਗੁਰੂ ਦੀ ਉਹ ਆਵਾਜ਼, ਗੁਰੂ ਦਾ ਉਹ ਉਪਦੇਸ਼ ਸਾਨੂੰ ਉਸ ਡਰ ਤੋਂ ਮੁਕਤ ਕਰ ਦਿੰਦਾ ਹੈ। ਗੁਰਬਾਣੀ ਦੇ ਅੰਦਰ ਇਹ ਸ਼ਬਦ ਕਈ ਰੂਪਾਂ ਵਿੱਚ ਵਰਣਨ ਮਿਲਦਾ ਹੈ। ਜਿਵੇਂ ਜੇ ਅਸੀਂ ਗੁਰੂ ਤੋਂ ਵਿਹੂਣੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਨੇ, ਬਿਨ ਗੁਰ ਭਰਮੈ ਆਵੈ ਜਾਏ। ਡਰ ਕਾਹਦਾ ਹੈ? ਕਿ ਗੁਰੂ ਤੋਂ ਬਿਨਾਂ ਮਨੁੱਖ ਭਰਮਾਂ ਵਿੱਚ ਪਿਆ ਰਹਿੰਦਾ ਹੈ। ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਘਾਲ ਨਾ ਪਵੀ ਥਾਏ। ਜੇ ਉਸ ਨੂੰ ਸੱਚ ਦਾ ਗਿਆਨ ਨਹੀਂ, ਉਸ ਨੂੰ ਉਸ ਤੌਖਲੇ ਦਾ ਇਲਾਜ ਨਹੀਂ ਪਤਾ, ਤਾਂ ਉਹ ਫਿਰ ਉਹਦੀ ਘਾਲ, ਉਹਦਾ ਕੀਤਾ ਇਲਾਜ ਕਿਸੇ ਥਾਂ ਨਹੀਂ ਪੈਂਦਾ, ਉਸ ਕੋਲੋਂ ਕੁਝ ਸਰ ਨਹੀਂ ਬਣਦਾ ਕਿ ਉਸ ਭਰਮ ਤੋਂ ਕਿਵੇਂ ਮੁਕਤ ਹੋਵੇ। ਬਿਨ ਗੁਰ ਮਨੁਆ ਅਤ ਡੋਲਾਏ, ਗੁਰੂ ਤੋਂ ਬਿਨਾਂ ਇਹ ਮਨ ਡੋਲਦਾ ਰਹਿੰਦਾ ਹੈ,
ਮਨ ਨਿਤ ਤੌਖਲੇ ਵਿੱਚ ਪਾਈ ਰੱਖਦਾ ਹੈ। ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਮਨੁੱਖ ਦੇ ਅੰਦਰ ਇਹ ਤ੍ਰਿਪਤੀ ਹੁੰਦੀ ਹੀ ਨਹੀਂ, ਇਹ ਤੌਖਲਾ ਮਿਟਦਾ ਨਹੀਂ, ਚੈਨ ਆਉਂਦਾ ਨਹੀਂ, ਅਤੇ ਮਨੁੱਖ ਫਿਰ ਭੱਖ ਅਪੱਖ ਖਾਣ ਲੱਗ ਪੈਂਦਾ, ਬਿਖ ਖਾਏ। ਫਿਰ ਇਸ ਜ਼ਹਿਰੀਲੇ ਪਦਾਰਥਾਂ ਵਿੱਚ ਫਸ ਕੇ ਆਪਣੇ ਜੀਵਨ ਨੂੰ ਇਹ ਖੁਆਰ ਕਰਦਾ ਰਹਿੰਦਾ ਹੈ। ਬਿਨ ਗੁਰ ਬਿਸਿਅਰ ਡਸੈ ਮਰ ਵਾਟ, ਗੁਰੂ ਤੋਂ ਬਿਨਾਂ ਇੰਜ ਹੈ ਜਿਵੇਂ ਸੱਪ ਡੰਗ ਮਾਰ ਦਿੰਦਾ ਹੈ ਅਤੇ ਮਨੁੱਖ ਨੂੰ ਰਾਹ ਨਹੀਂ ਦਿਸਦਾ। ਨਾਨਕ ਗੁਰ ਬਿਨ ਘਾਟੇ ਘਾਟ। ਇਹ ਨਾਨਕ, ਗੁਰੂ ਤੋਂ ਬਿਨਾਂ ਜੀਵਨ ਵਿੱਚ ਹਮੇਸ਼ਾ ਘਾਟਾ ਹੀ ਰਹਿੰਦਾ ਹੈ। ਇਸ ਲਈ ਮਨੁੱਖ ਜਦੋਂ ਮਨ ਦੇ ਕਿਸੇ ਡਰ ਦੇ ਅਧੀਨ ਵਿਚਰਦਾ ਹੈ ਤਾਂ ਉਹ ਹਮੇਸ਼ਾ ਪੁਕਾਰ ਕਰਦਾ ਹੈ ਕਿ ਮੈਂ ਇਸ ਡਰ ਤੋਂ ਕਿਵੇਂ ਮੁਕਤ ਹੋਵਾਂ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਮੈਂ ਆਪਣੀਆਂ ਦੋਨੋਂ ਬਾਹਾਂ ਉੱਚੀਆਂ ਕਰਕੇ ਹੱਥ ਜੋੜ ਕੇ ਉਸ ਗੁਰੂ ਦੇ ਅੱਗੇ ਪੁਕਾਰ ਕਰਦਾ ਹਾਂ ਕਿ ਇਸ ਡਰ ਤੋਂ ਮੈਨੂੰ ਮੁਕਤ ਕਰ। ਤਾਂ ਉਸ ਗੁਰੂ ਨੇ ਇਸ ਡਰ ਤੋਂ ਫਿਰ ਬਚਾਉਣ ਦਾ ਰਾਹ ਖੋਲ ਦਿੱਤਾ ਹੈ। ਜਿਸ ਨੇ ਗੁਰੂ ਦੇ ਅੱਗੇ ਪੁਕਾਰ ਨਾ ਕੀਤੀ ਉਹ ਤਾਂ ਭਰਮਾਂ ਵਿੱਚ ਪੈ ਹੀ ਜਾਏਗਾ। ਉਸ ਨੂੰ ਤਾਂ ਇਹ ਜਿਹੜੇ ਅੰਦਰ ਤੌਖਲੇ ਨੇ, ਡਰ ਨੇ, ਫਿਕਰ ਨੇ, ਸਹਿਮ ਨੇ, ਇਹ ਉਸ ਨੂੰ ਤੰਗ ਕਰੀ ਰੱਖਦੇ ਨੇ, ਉਹਨੂੰ ਦੁਖੀ ਕਰੀ ਰੱਖਦੇ ਨੇ। ਅਤੇ ਜਿਸ ਨੇ ਗੁਰੂ ਦੀ ਲੋੜ ਨੂੰ ਨਾ ਸਮਝਿਆ ਉਹ ਹਮੇਸ਼ਾ ਵਿੱਚ ਘਾਟੇ ਵਿੱਚ ਹੀ ਰਹਿੰਦਾ ਹੈ। ਉਸ ਨੂੰ ਤਾਂ ਭਾਈ ਗੁਰਦਾਸ ਜੀ ਨੇ ਪਸ਼ੂਆਂ ਤੇ ਪ੍ਰੇਤਾਂ ਤੋਂ ਵੀ ਬੁਰਾ ਆਖਿਆ ਹੈ, ਜਿਹੜਾ ਮਨੁੱਖ ਆਪਣੇ ਗੁਰੂ ਦੀ ਆਵਾਜ਼ ਨੂੰ ਸੁਣ ਕੇ ਆਪਣੇ ਜੀਵਨ ਦੇ ਇਹਨਾਂ ਤੌਖਲਿਆਂ ਦਾ ਇਲਾਜ ਨਹੀਂ ਕਰਦਾ। ਭਾਈ ਗੁਰਦਾਸ ਜੀ ਆਖਦੇ ਨੇ ਕਿ ਉਹ ਮਨੁੱਖ ਜੋ ਰੱਬ ਨੂੰ ਭੁਲਾ ਦਿੰਦਾ ਹੈ, ਕਿਉਂਕਿ ਗੁਰੂ ਦਾ ਕਰਮ ਹੈ ਕਿ ਉਸ ਨੂੰ ਪ੍ਰਮਾਤਮਾ ਦੇ ਨਾਲ ਜੋੜ ਦੇਣਾ। ਕਰਤਾ ਪੁਰਖ ਵਿਸਾਰ ਕੇ ਪ੍ਰਮਾਤਮਾ ਨੂੰ ਭੁਲਾ ਕੇ ਮਾਨਸ ਦੀ ਮਨੇ ਆਸ ਕਰਈ। ਉਹ ਹੋਰ ਮਨੁੱਖਾਂ ਦੇ ਆਸਰੇ ਪਰਨੇ ਢੂੰਡਦਾ ਰਹਿੰਦਾ, ਹੋਰ ਤਰੀਕੇ ਤਾਂ ਕਰਦਾ ਰਹਿੰਦਾ, ਪਰ ਸੱਚੇ ਗੁਰੂ ਤੋਂ ਬਿਨਾਂ ਉਹ ਜੀਵਨ ਵਿੱਚ ਹਮੇਸ਼ਾ ਦੁਖੀ ਰਹਿੰਦਾ ਹੈ। ਤੇ ਐਸਾ ਮਨੁੱਖ ਜੋ ਨਾ ਪ੍ਰਮਾਤਮਾ ਦੀ ਸਿਮਰਨ ਭਜਨ ਬੰਦਗੀ ਕਰਦਾ ਅਤੇ ਨਾ ਹੀ ਆਪਣੇ ਗੁਰੂ ਦੀ ਗੱਲ ਸੁਣਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇ ਭਾਈ ਗੁਰਦਾਸ ਜੀ ਆਖਦੇ ਨੇ, ਐਸਾ ਮਨੁੱਖ ਜਿਹੜਾ ਗੁਰੂ ਤੋਂ ਵਿਹੂਣਾ ਹੈ, ਮਨਮੁਖ ਹੈ, ਬੇਮੁਖ ਹੈ, ਪਸ਼ੂ ਪਰੇਤੋਂ ਬੁਰੀ ਹੁਰੇ, ਉਹ ਮਨੁੱਖ ਫਿਰ ਇਨਸਾਨ ਨਹੀਂ, ਮਨੁੱਖ ਨਹੀਂ, ਉਹ ਤਾਂ ਪਸ਼ੂਆਂ ਤੇ ਪ੍ਰੇਤਾਂ ਤੋਂ ਵੀ ਮਾੜਾ ਜਾਣੀਏ। ਆਓ ਇਸ ਭਾਵ-ਅਰਥ ਨੂੰ ਥੋੜਾ ਹੋਰ ਖੋਲ ਕੇ ਵੇਖਣ ਦਾ ਯਤਨ ਕਰੀਏ। ਗੁਰੂ ਪਿਆਰੇ, ਪੁਰਾਣੇ ਜ਼ਮਾਨਿਆਂ ਵਿੱਚ ਇੱਕ ਸਿਸਟਮ ਸੀ ਸਾਡੇ ਭਾਰਤ ਵਰਸ਼ ਦੇ ਅੰਦਰ, ਜਦੋਂ ਇਸ ਦੇਸ਼ ਵਿੱਚ ਜਾਗੀਰਦਾਰੀ ਰਾਜ ਪ੍ਰਥਾ ਚੱਲਦੀ ਸੀ, ਜਾਗੀਰਦਾਰਾਂ ਦਾ ਕਬਜ਼ਾ ਹੁੰਦਾ ਸੀ ਸਾਰੀਆਂ ਜ਼ਮੀਨਾਂ ਦੇ ਉੱਪਰ, ਤੇ ਉਹ ਜਾਗੀਰਦਾਰ ਆਪਣੀਆਂ ਜ਼ਮੀਨਾਂ ਦੇ ਰਾਖੀ ਲਈ ਕੁਝ ਰਖਵਾਲੇ, ਕੁਝ ਚੌਧਰੀ, ਕੋਈ ਸਿਕਦਾਰ ਬਣਾ ਲੈਂਦੇ ਸਨ ਅਤੇ ਉਹ ਸਿਕਦਾਰ ਦੇ ਅੱਗੇ ਥੱਲੇ ਕਰਿੰਦੇ ਜਿਹੜੇ ਉਸ ਜ਼ਮੀਨ ਦਾ ਹਿਸਾਬ ਕਿਤਾਬ ਰੱਖਣ ਵਾਲੇ ਸਨ ਉਹ ਤੈਅ ਕਰ ਲੈਂਦੇ ਸਨ। ਇਵੇਂ ਉਹ ਜਾਗੀਰਦਾਰ ਉਹਨਾਂ ਚੌਧਰੀਆਂ ਦੇ ਰਾਹੀਂ ਅਤੇ ਉਸ ਜ਼ਮੀਨ ਨਾਪਣ ਵਾਲੇ ਕਰਿੰਦਿਆਂ ਦੇ ਰਾਹੀਂ, ਪਟਵਾਰੀ ਦੇ ਰਾਹੀਂ ਕਹਿ ਲਓ, ਅੱਗੇ ਜਿਹੜੇ ਜ਼ਮੀਨ ਵਾਹੁਣ ਵਾਲੇ ਮੁਜਾਰੇ ਸਨ ਉਹਨਾਂ ਤੋਂ ਜ਼ਮੀਨਾਂ ਤੇ ਕੰਮ ਕਰਵਾਉਂਦੇ ਸਨ। ਜਾਗੀਰਦਾਰੀ ਸਿਸਟਮ ਦੇ ਅੰਦਰ ਜਾਗੀਰਦਾਰ ਬੈਠੇ ਬਿਠਾਏ ਹੀ ਉਹਨਾਂ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਪਾਸੋਂ ਮਾਮਲੇ ਮਾਲੀਆ ਅਗਰਾਉਂਦੇ ਸਨ ਅਤੇ ਹਮੇਸ਼ਾ ਯਤਨ ਕਰਦੇ ਸਨ ਕਿ ਕਿਸਾਨਾਂ ਨੂੰ ਉੱਠਣ ਨਾ ਦਿੱਤਾ ਜਾਏ, ਇਹ ਕਿਸਾਨ ਵੱਧ ਤੋਂ ਵੱਧ ਮਾਲੀਆ ਦੇਣ। ਅਤੇ ਉਹ ਫਿਰ ਤੈਅ ਕਰਦੇ ਸਨ ਆਪਣੇ ਕਰਿੰਦਿਆਂ ਦੇ ਰਾਹੀਂ ਕਿ ਇਸ ਦੀ ਜ਼ਮੀਨ ਨੂੰ ਥੋੜਾ ਜਿਹਾ ਵਧਾ ਕੇ ਇਹਦੇ ਕੋਲੋਂ ਵੱਧ ਟੈਕਸ ਵਸੂਲ ਕੀਤਾ ਜਾਏ। ਕਿਸੇ ਕੋਲ 1 ਏਕੜ ਜ਼ਮੀਨ ਹੁੰਦੀ, ਉਹ 1.25 ਏਕੜ ਦੱਸ ਕੇ ਟੈਕਸ ਉਹਦੇ ਕੋਲੋਂ ਲੈ ਲੈਂਦਾ ਅਤੇ ਇੰਜ ਕਿਸਾਨਾਂ ਨੂੰ ਉਸ ਟੈਕਸ ਭਰਨ ਦੇ ਬਦਲੇ ਵਿੱਚ ਜੋ ਬਾਕੀ ਉਹਦੇ ਕੋਲ ਬਚਦਾ, ਉਹਦੇ ਕੋਲ ਫਿਰ ਉਹ ਖਾਲੀ ਹੱਥ ਹੀ ਮੁੜਦੇ। ਸਾਰੀ ਕੀਤੀ ਮਿਹਨਤ ਉਹਨਾਂ ਦੀ ਵਿਅਰਥ ਜਾਂਦੀ ਅਤੇ ਹਮੇਸ਼ਾ ਉਹ ਕਿਸਾਨ ਦੁਖੀ ਰਹਿੰਦੇ ਵੀ ਜੋ ਕੁਝ ਅਸੀਂ ਮਿਹਨਤ ਕਰਦੇ ਹਾਂ, ਪੂਰਾ ਪਰਿਵਾਰ ਉਹ ਮੁਜਾਰਾ ਸਿਸਟਮ ਦੇ ਤਹਿਤ ਜ਼ਮੀਨਾਂ ਵਿੱਚ ਕੰਮ ਕਰਦਾ ਹੈ, ਲੇਬਰ ਕਰਦਾ ਹੈ, ਪਰ ਬਚਦਾ ਫਿਰ ਵੀ ਕੁਛ ਨਹੀਂ।
ਕਿਉਂਕਿ ਉਹ ਸਾਰਾ ਕੁਝ ਟੈਕਸ ਦੇ ਜ਼ਰੀਏ, ਉਹਨਾਂ ਦੀ ਬੇਈਮਾਨੀ ਦੇ ਜ਼ਰੀਏ, ਉਸ ਜ਼ਗੀਰਦਾਰੀ ਲੁੱਟ ਖਸੁੱਟ ਦੇ ਜ਼ਰੀਏ ਕਿਸਾਨਾਂ ਕੋਲੋਂ ਮਾਮਲੇ ਉਗਰਾ ਲਏ ਜਾਂਦੇ ਤੇ ਕਿਸਾਨ ਵਿਚਾਰੇ ਦੁਖੀ ਹੁੰਦੇ ਰਹਿੰਦੇ। ਇਹ ਇੱਕ ਸਿਸਟਮ ਸੀ। ਉਸੇ ਸਿਸਟਮ ਨੂੰ ਜਦੋਂ ਅਸੀਂ ਸਿੱਖ ਇਤਿਹਾਸ ਦੀ ਨਜ਼ਰ ਵਿੱਚ ਵੇਖਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਿਸਟਮ ਦੇ ਖਿਲਾਫ ਆਵਾਜ਼ ਚੁੱਕੀ ਅਤੇ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਵੀ ਦਿਵਾ ਦਿੱਤੇ ਕਿ ਹੁਣ ਜਿਹੜਾ ਕਿਸਾਨ ਖੇਤੀ ਕਰੇਗਾ ਜ਼ਮੀਨ ਉਸੇ ਦੀ ਹੋਵੇਗੀ, ਕੋਈ ਜ਼ਗੀਰਦਾਰ ਨਹੀਂ ਉਸੇ ਪਰ ਕਾਬਜ਼ ਹੋਵੇਗਾ। ਜਿੰਨੀ ਜ਼ਮੀਨ ਦੇ ਉੱਪਰ ਉਹ ਖੇਤੀਬਾੜੀ ਕਰਕੇ ਆਪਣਾ ਪਰਿਵਾਰ ਦਾ ਟੱਬਰ ਪਾਲਦਾ ਸੀ, ਉਹ ਜ਼ਮੀਨ ਉਸੇ ਦੀ ਮਾਲਕੀਅਤ ਉਸ ਨੂੰ ਦੇ ਦਿੱਤੀ ਗਈ। ਇੰਜ ਜ਼ਗੀਰਦਾਰੀ ਸਿਸਟਮ ਖਤਮ ਕੀਤਾ ਗਿਆ। ਇਹ ਇੱਕ ਪੁਰਾਣਾ ਰਿਵਾਜ ਸੀ, ਇੱਕ ਉਸ ਵਕਤ ਦਾ ਇਹ ਸਿਸਟਮ ਸੀ ਜਿਸ ਦੇ ਤਹਿਤ ਗਰੀਬ ਲੋਕ, ਮੁਜ਼ਾਰੇ ਲੋਕ ਦੁਖੀ ਰਹਿੰਦੇ ਸਨ। ਭਗਤ ਕਬੀਰ ਜੀ ਨੇ ਉਸੇ ਸਿਸਟਮ ਦਾ ਇੱਕ ਨਕਸ਼ਾ ਅੱਜ ਦੇ ਸ਼ਬਦ ਵਿੱਚ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੀਨ ਦੁਖਾਲਾ ਤੋਂ ਆਰੰਭ ਕੀਤਾ ਹੈ ਕਿ ਇੱਕ ਜਗੀਰਦਾਰ ਹੈ ਜਿਹੜਾ ਇੱਕ ਕੋਟ, ਇੱਥੇ ਇੱਕ ਕੋਟ ਦਾ ਭਾਵ ਅਰਥ ਹੈ ਇਹ ਸਰੀਰ ਵੀ ਉਸੇ ਜਗੀਰਦਾਰੀ ਸਿਸਟਮ ਦਾ ਇੱਕ ਹਿੱਸਾ ਹੈ। ਇਸ ਕਿਲੇ ਦੇ ਅੰਦਰ, ਇਸ ਸਰੀਰ ਦੇ ਅੰਦਰ ਉਸ ਪ੍ਰਮਾਤਮਾ ਨੇ 5 ਵਿਕਾਰ ਵੀ ਪਾਏ ਹੋਏ ਨੇ। ਇੱਕ ਕੋਟ ਪੰਜ ਸਿਕਦਾਰਾ, 5 ਚੌਧਰੀ ਵੀ ਆਣ ਪੈਦਾ ਹੋ ਜਾਂਦੇ ਨੇ। ਇਸ ਕਿਲੇ ਦੇ ਅੰਦਰ, ਇਸ ਜ਼ਮੀਨ ਦੇ ਅੰਦਰ 5 ਸਿਕਦਾਰ ਚੌਧਰੀ ਬਣ ਬੈਠਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਤੇ ਇਹ 5 ਵਿਕਾਰ ਮਨੁੱਖ ਨੂੰ ਪ੍ਰਮਾਤਮਾ ਨੇ ਤਾਂ ਇਸ ਦੇ ਭਲੇ ਲਈ ਇਸ ਦੇ ਅੰਦਰ ਇਹ ਗੁਣ ਪੈਦਾ ਕੀਤੇ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਇਹ 5 ਵਿਕਾਰ ਜਦੋਂ ਹਾਵੀ ਹੋਣ ਲੱਗ ਪੈਂਦੇ ਨੇ, ਮਨੁੱਖ ਦਾ ਮਨ ਇਹਨਾਂ ਵਿਕਾਰਾਂ ਦੇ ਅਧੀਨ ਚੱਲਣ ਲੱਗ ਪੈਂਦਾ ਹੈ, ਫਿਰ ਆਪਣੇ ਸਿਸਟਮ ਤੋਂ ਬਾਹਰ ਹੋਣ ਲੱਗ ਪੈਂਦੇ ਨੇ। ਇਹ ਕਾਮ ਮਨੁੱਖ ਨੂੰ ਫਿਰ ਜਦੋਂ ਹੱਦ ਤੋਂ ਟੱਪ ਜਾਂਦਾ ਹੈ, ਇਸ ਮਨੁੱਖ ਨੂੰ ਕਾਮੀ ਬਣਾ ਕੇ, ਕ੍ਰੋਧ ਆਪਣੀ ਲਿਮਟ ਤੋਂ ਕ੍ਰਾਸ ਹੋ ਜਾਂਦਾ ਹੈ ਤੇ ਮਨੁੱਖ ਕ੍ਰੋਧੀ ਹੋ ਜਾਂਦਾ ਹੈ। ਇਹ ਕਾਮ, ਕ੍ਰੋਧ ਇਸ ਸਰੀਰ ਨੂੰ ਕਮਜ਼ੋਰ ਕਰਨ ਲੱਗ ਪੈਂਦੇ ਨੇ। ਕਾਮ, ਕ੍ਰੋਧ, ਇਹਨਾਂ ਨੂੰ ਰੰਬਿਆਂ ਦੀ ਤਰ੍ਹਾਂ ਤਾਂ ਵਰਤਿਆ ਜਾ ਸਕਦਾ ਸੀ, ਜੈਸਾ ਕਿ ਗੁਰਬਾਣੀ ਵਿੱਚ ਆਖਿਆ, ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ। ਪਰ ਇਹ ਕਾਮ ਕ੍ਰੋਧ ਜਦੋਂ ਹਾਵੀ ਹੋ ਜਾਂਦੇ ਨੇ, ਇਹ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਸਰੀਰ ਨੂੰ ਕਮਜ਼ੋਰ ਵੀ ਕਰਨ ਲੱਗ ਪੈਂਦੇ ਨੇ, ਸਰੀਰ ਦੁਖੀ ਰਹਿਣ ਲੱਗ ਪੈਂਦਾ ਹੈ ਇਹਨਾਂ ਵਿਕਾਰਾਂ ਦੇ ਅਧੀਨ ਚੱਲ ਕੇ। ਇਹ ਜਜ਼ਬੇ, ਇਹ ਬਿਰਤੀਆਂ, ਚਾਹੇ ਕਾਮ ਦੀ ਬਿਰਤੀ ਸੀ, ਚਾਹੇ ਕ੍ਰੋਧ ਦੀ ਬਿਰਤੀ ਹੈ, ਲੋਭ ਦੀ ਹੈ, ਮੋਹ ਦੀ, ਹੰਕਾਰ ਦੀ ਹੈ, ਇਹ ਮਨੁੱਖੀ ਭਲੇ ਵਾਸਤੇ ਲਿਮਟ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਸਨ। ਪਰ ਸੱਚੇ ਗੁਰੂ ਤੋਂ ਬਿਨਾਂ, ਇਹਨਾਂ ਦੇ ਗਿਆਨ ਤੋਂ ਸਖਣਾ ਰਹਿ ਕੇ ਮਨੁੱਖ ਇਹਨਾਂ ਵਿਕਾਰਾਂ ਦੇ ਅਧੀਨ, ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ। ਅਤੇ ਇਹ ਮਨ ਜਦੋਂ ਇਹਨਾਂ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ, ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਮਨ। ਇਹ ਮਨ ਜਦੋਂ ਵਿਕਾਰਾਂ ਵਿੱਚ ਫਸ ਕੇ ਕਾਮ ਦੇ ਅਧੀਨ ਹੋ ਕੇ ਕਾਮੀ ਬਣ ਜਾਂਦਾ ਹੈ, ਕ੍ਰੋਧ ਦੇ ਅਧੀਨ ਇਸ ਦਾ ਗਲਤ ਇਸਤੇਮਾਲ ਕਰਕੇ ਕ੍ਰੋਧੀ ਹੋ ਜਾਂਦਾ ਹੈ, ਲਾਲਚੀ ਹੋ ਜਾਂਦਾ ਹੈ, ਸਵਾਰਥੀ ਹੋ ਜਾਂਦਾ ਹੈ, ਮੋਹ ਦੇ ਵਿੱਚ ਫਸ ਕੇ, ਅਤੇ ਹੰਕਾਰੀ ਹੋ ਜਾਂਦਾ ਹੈ ਉਸ ਸੱਚੇ ਪ੍ਰਮਾਤਮਾ ਨੂੰ ਭੁਲਾ ਕੇ, ਤਾਂ ਫਿਰ ਇਹ ਵਿਕਾਰ ਇਸ ਨੂੰ ਸਤਾਉਂਦੇ ਵੀ ਨੇ। ਪੰਚੇ ਮੰਗੈ ਹਾਲਾ, ਇੱਥੇ ਹਾਲਾ ਭਾਵ ਮਾਮਲਾ, ਇਹ ਮਾਮਲਾ ਗ੍ਰਹਿਣ ਵਾਲੇ ਚੌਧਰੀ ਬਣ ਜਾਂਦੇ ਨੇ ਇਸ ਸਰੀਰ ਰੂਪੀ ਕਿਲੇ ਦੇ ਅੰਦਰ। ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਮੈਂ ਸੱਚੇ ਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਰਾਹ ਦੱਸੋ, ਇਹ 5 ਵਿਕਾਰ ਮੇਰੇ ਅੰਦਰ ਹਨ ਜਿਹੜੇ ਮੇਰੇ ਅੰਦਰੋਂ ਅੰਮ੍ਰਿਤ ਲੁੱਟ ਰਹੇ ਹਨ ਅਤੇ ਮੈਨੂੰ ਦੁਖੀ ਕਰ ਰਹੇ ਹਨ। ਇਸ ਦੇਹੀ ਅੰਦਰ 5 ਚੋਰ ਵਸੈਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਅੰਮ੍ਰਿਤ ਲੁੱਟੈਂ। ਇਹ ਅੰਮ੍ਰਿਤ ਲੁੱਟ ਰਹੇ ਨੇ, ਮੇਰੇ ਜੀਵਨ ਦੇ ਅੰਦਰ ਚੰਗੇ ਗੁਣਾਂ ਦਾ ਨਾਸ਼ ਹੋ ਰਿਹਾ ਹੈ ਤੇ ਮੈਂ ਇਹਨਾਂ ਤੋਂ ਕਿਵੇਂ ਬਚ ਸਕਦਾ ਹਾਂ। ਤਾਂ ਸਤਿਗੁਰੂ ਫਿਰ ਉਸ ਨੂੰ ਰਾਹ ਦੱਸਦਾ ਹੈ ਮਨ ਨੂੰ। ਇਹ ਮਨ ਹੀ ਇਸ ਨੂੰ ਵਿਕਾਰਾਂ ਵਿੱਚ ਵੀ ਲੈ ਜਾਂਦਾ ਹੈ। ਪਰ ਇਹ ਮਨ ਜੇ ਅੱਗੇ ਗੁਰੂ ਅੱਗੇ ਅਰਦਾਸ ਕਰਦਾ ਹੈ, ਇਹ ਮਨ ਗੁਰੂ ਅੱਗੇ ਭਰੋਸੇ ਨਾਲ, ਯਕੀਨ ਨਾਲ ਗੁਰੂ ਦੇ ਬਚਨਾਂ ਨੂੰ ਮੰਨ ਲਏ ਅਤੇ ਫਿਰ ਇਹ ਵਿਕਾਰ ਇਸ ਦੇ ਹਾਮੀ ਬਣ ਜਾਂਦੇ ਨੇ। ਕਾਮ ਸੰਜਮੀ ਬਿਰਤੀ ਵਿੱਚ ਰਹਿ ਕੇ ਇਸ ਜਗਤ ਉਤਪਤੀ ਦਾ ਕਾਰਨ ਬਣਦਾ ਹੈ। ਕ੍ਰੋਧ ਜਦੋਂ ਸੰਜਮ ਵਿੱਚ ਵਰਤਿਆ ਜਾਂਦਾ ਹੈ, ਢੰਗ ਤਰੀਕੇ ਨਾਲ ਵਰਤਿਆ ਜਾਂਦਾ ਹੈ, ਇਹ ਮਨੁੱਖ ਨੂੰ ਬਹਾਦਰੀ ਦੇ ਰਸਤੇ ਤੋਰਨ ਦੇ ਕੰਮ ਆਉਂਦਾ ਹੈ।
ਲੋਕ ਇਸ ਨੂੰ ਲਾਲਚ ਵਿੱਚ ਫਸਣ ਦੀ ਬਜਾਏ ਜਦੋਂ ਗੁਰੂ ਇਸ ਨੂੰ ਸਮੱਤ ਦਿੰਦਾ ਹੈ ਤਾਂ ਇਹ ਲੋਭ ਦੇ ਫਾਇਦੇ ਨੂੰ ਦੱਸ ਕੇ ਗੁਰੂ ਇਸ ਨੂੰ ਸਮਝਾਉਂਦਾ ਹੈ ਕਿ ਦੇਖ, ਤੇਰੇ ਸਰੀਰ ਨੂੰ ਜਿਹੜੀਆਂ ਲੋੜਾਂ ਨੇ ਉਹਦੇ ਵਾਸਤੇ ਤੂੰ ਉਦਮ ਕਰਕੇ ਵੀ ਕਮਾ ਸਕਦਾ ਹੈ। ਕਿਉਂਕਿ ਗੁਰੂ ਸਾਹਿਬ ਨੇ ਸਿੱਖ ਨੂੰ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਰਾਹ ਦੱਸਿਆ ਸੀ ਕਿ ਇਹਨਾਂ 5 ਵਿਕਾਰਾਂ ਤੋਂ ਬਚਣਾ ਕਿਵੇਂ ਹੈ। ਲੋਭ ਨੂੰ ਪੁਰਸ਼ਾਰਥ ਮਿਹਨਤ ਵਿੱਚ ਬਦਲ ਸਕਦੇ ਸਾਂ, ਮੋਹ ਨੂੰ ਪ੍ਰੇਮ ਵਿੱਚ ਬਦਲਿਆ ਜਾ ਸਕਦਾ ਸੀ ਅਤੇ ਹੰਕਾਰ ਨੂੰ ਸਵੈਮਾਨ ਅਣਖ ਵਿੱਚ ਬਦਲ ਕੇ ਅਸੀਂ ਆਪਣੇ ਜੀਵਨ ਨੂੰ ਵਧੀਆ ਚਾਲੇ ਤੋਰ ਸਕਦੇ ਸਾਂ। ਪਰ ਜੇ ਮਨ ਸਿਰਫ ਵਿਕਾਰਾਂ ਦੇ ਅਧੀਨ ਹੀ ਹੋ ਗਿਆ, ਗੁਰੂ ਤੋਂ ਬੇਮੁਖ ਹੋ ਗਿਆ, ਗੁਰੂ ਦੀ ਸਿੱਖਿਆ ਤੋਂ ਬੇਮੁਖ ਹੋ ਗਿਆ, ਤੇ ਇਹ 5 ਵਿਕਾਰ ਫਿਰ ਇਸ ਕੋਲੋਂ ਮਾਮਲਾ ਗਰਾਉਂਦੇ ਨੇ ਅਤੇ ਇਹ ਮਨ ਫਿਰ ਵਿਕਾਰਮਈ ਹੋ ਕੇ ਵਿਕਾਰਾਂ ਵਿੱਚ ਫਸ ਕੇ ਇਸ ਨੂੰ ਇਹਨਾਂ ਦੇ ਲਾਲਚ ਵਿੱਚ ਫਸ ਜਾਂਦਾ ਹੈ ਕਿ ਹਾਂ ਇਹਦੇ ਵਿੱਚ ਹੀ ਸੁੱਖ ਹੈ। ਉਹ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਸੁੱਖ ਭਾਲਦਾ ਰਹਿੰਦਾ, ਪਰ ਇਹਨਾਂ ਦਾ ਅਸਲ ਮਕਸਦ ਜੋ ਸੀ ਉਸ ਤੋਂ ਇਹ ਬੇਮੁਖ ਹੋ ਜਾਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਸਾਨੂੰ ਇਹਨਾਂ ਵਿਕਾਰਾਂ ਤੋਂ ਬਚਣ ਦੇ ਬੇਅੰਤ ਉਪਰਾਲੇ ਸਮਝਾਏ ਨੇ। ਸੋ ਜੀ ਸਾਨੂੰ ਬਖਸ਼ਿਸ਼ ਕੀਤੀ ਹੈ ਭਗਤ ਕਬੀਰ ਜੀ ਨੇ ਇਸ ਸ਼ਬਦ ਰਾਹੀਂ ਸਾਨੂੰ ਉਹਨਾਂ ਵਿਕਾਰਾਂ ਤੋਂ ਬਚਣ ਦੇ ਢੰਗ ਤਰੀਕੇ ਵੀ ਦੱਸੇ ਨੇ। ਸ਼ਬਦ ਦਾ ਆਰੰਭ ਜਦੋਂ ਅਸੀਂ ਕਰਦੇ ਹਾਂ ਕਿ ਰਹਾਉ ਦੇ ਬੰਦ ਵਿੱਚ ਜਿਹੜੀ ਗੱਲ ਕੀਤੀ ਹੈ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਇਹ ਮਨ ਜਦੋਂ ਵਿਕਾਰਾਂ ਦੇ ਅਧੀਨ ਹੁੰਦਾ ਇਹ ਡੰਗ ਮਾਰਦਾ, ਇਹ ਮਨ ਇਸ ਨੂੰ ਕਾਮ ਵਿੱਚ ਫਸਾਉਂਦਾ ਹੈ, ਇਹ ਮਨ ਇਸ ਨੂੰ ਲੋਭ ਵਿੱਚ ਫਸਾ ਦਿੰਦਾ, ਇਹ ਮਨ ਇਸ ਨੂੰ ਹੰਕਾਰ ਵਿੱਚ ਲੈ ਜਾਂਦਾ ਹੈ। ਇਹ ਮਨ ਹੀ ਹੈ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਇਸ ਨੂੰ ਵਿਕਾਰਾਂ ਵਿੱਚ ਫਸਾਉਂਦਾ ਹੈ। ਪਰ ਜੇ ਮਨ ਗੁਰੂ ਦੀ ਸੰਗਤ ਵਿੱਚ ਆ ਜਾਏ, ਸੱਚ ਦੀ ਸੰਗਤ ਵਿੱਚ ਆ ਜਾਏ, ਮਨ ਗੁਰੂ ਦੇ ਆਖੇ ਲੱਗ ਜਾਏ ਤਾਂ ਇਹ ਮਨ ਇਹਨਾਂ ਵਿਕਾਰਾਂ ਤੋਂ, ਜਿਹੜੇ ਵਿਕਾਰ ਇਸ ਨੂੰ ਸਤਾਉਂਦੇ ਸਨ, ਜਿਸ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ। ਹੁਣ ਇਹ ਦੂਤ, ਇਹ ਵਿਕਾਰ ਇਸ ਤੋਂ ਡਰਨ ਲੱਗ ਪੈਂਦੇ ਨੇ ਕਿਉਂਕਿ ਗੁਰੂ ਦੀ ਸਿੱਖਿਆ ਤੇ ਤੁਰਨ ਲੱਗ ਪਿਆ। ਸਤਿਗੁਰੂ ਕਰਦਾ ਕੀ ਹੈ? ਸਤਿਗੁਰੂ ਇਸ ਨੂੰ ਨਾਮ ਦੀ ਸੋਝੀ ਦਿੰਦਾ, ਸੱਚਾ ਗੁਰੂ ਇਸ ਨੂੰ ਸਹੀ ਰਾਹ ਤੇ ਤੋਰਦਾ, ਜਿਸ ਬਾਰੇ ਬਾਣੀ ਵੀ ਜ਼ਿਕਰ ਆਉਂਦਾ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸ਼ਰਾਮ। ਮਨ ਫਿਰ ਚੈਨ ਵਿੱਚ ਆ ਜਾਂਦਾ ਹੈ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕੋ, ਬਿਖਮ ਨਾ ਜਾਈ ਲੈਣ। ਉਹਨਾਂ ਵਿਕਾਰਾਂ ਤੋਂ ਬਚਣ ਦਾ ਰਾਹ ਗੁਰੂ ਦੱਸੇ, ਰਾਹ ਤੇ ਤੁਰਨਾ, ਨਾਮ ਜਪਣਾ, ਨਾਮ ਦੇ ਰਾਹ ਤੇ ਤੁਰਨਾ, ਗੁਰੂ ਦੇ ਗਿਆਨ ਨੂੰ ਸਮਝ ਕੇ ਜੀਵਨ ਨੂੰ ਢਾਲਣਾ, ਇਸ ਰਾਹ ਤੇ ਤੁਰਿਆ ਹੀ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਸੀ। ਪਰ ਜੇ ਐਸਾ ਨਾ ਕੀਤਾ ਤਾਂ ਬਿਨ ਗੁਰ ਬੇਸਿਅਰ ਦਸੈ ਮਰ ਵਾਟ, ਫਿਰ ਇਹ ਮਨ ਹਮੇਸ਼ਾ ਇਸ ਨੂੰ ਡੰਗ ਮਾਰਦਾ ਰਹੇਗਾ ਕਿ ਤੇਰੇ ਉੱਪਰ ਇੰਨਾ ਕਰਜ਼ਾ ਹੈ, ਇੰਨਾ ਮਾਮਲਾ ਚੜ ਗਿਆ ਹੈ, ਤੈਨੂੰ ਇਹਦਾ ਫਾਇਦਾ ਹੋਵੇਗਾ। ਇਹਨਾਂ ਵਿਕਾਰਾਂ ਦੇ ਲਾਭ ਦੱਸ ਕੇ ਇਹ ਮਨ ਇਸ ਨੂੰ ਚੇਤਨਾ ਦਿੰਦਾ ਰਹਿੰਦਾ ਹੈ, ਦੇਖ ਤੈਨੂੰ ਕੋਈ ਫਰਕ ਨਹੀਂ ਪੈਂਦਾ, ਇਹਨਾਂ ਵਿਕਾਰਾਂ ਵਿੱਚ ਬੜੇ ਸੁੱਖ ਨੇ। ਇਸ ਤਰ੍ਹਾਂ ਮਨ ਗੁੰਮਰਾਹ ਕਰਕੇ ਇਹ ਮਨ ਹੀ ਇਸ ਨੂੰ ਕੁਰਾਹੇ ਵੀ ਪਾਉਂਦਾ ਹੈ। ਪਰ ਜੇ ਮਨ ਗੁਰੂ ਦੇ ਆਖੇ ਲੱਗ ਜਾਏ, ਇਹ ਮਨ ਇਸ ਨੂੰ ਸਿੱਧੇ ਰਾਹ ਤੇ ਤੋਰਨ ਦਾ ਕਾਰਨ ਵੀ ਬਣ ਜਾਂਦਾ ਹੈ। ਹੁਣ ਮਨ ਕਿਵੇਂ ਕੰਮ ਕਰਦਾ ਹੈ? ਮਨ ਨੂੰ, ਮਨ ਦੇ ਆਖੇ ਲੱਗਣ ਵਾਲੇ ਸਾਡੇ ਗਿਆਨ ਇੰਦਰੇ, ਸਾਡੇ ਕਰਮ ਇੰਦਰੇ, ਇਹ ਕੰਮ ਕਰਦੇ ਨੇ। ਅੱਖਾਂ ਦਾ ਕੰਮ ਵੇਖਣਾ ਸੀ, ਪਰ ਇਹ ਅੱਖਾਂ ਰੂਪ ਤੱਕ ਤੱਕੇ ਪਰਾਇਆ ਰੂਪ ਮੰਨਣਾ ਸ਼ੁਰੂ ਕਰ ਲਿਆ। ਕੰਨਾਂ ਦਾ ਕੰਨ ਸੁਣਨਾ ਸੀ, ਇਹਨੇ ਨਿੰਦਿਆ ਚੁਗਲੀ ਸੁਣ ਕੇ ਆਪਣੇ ਜੀਵਨ ਨੂੰ ਤਬਾਹ ਕਰ ਲਿਆ। ਜ਼ਬਾਨ ਦਾ ਰਸ ਸੀ ਕਿ ਇਸ ਨੇ ਜ਼ਬਾਨ ਰਾਹੀਂ ਚੰਗੇ ਬੰਦੇ ਦੀ ਪਹਿਚਾਣ ਕਰਕੇ ਉਹ ਚੀਜ਼ ਖਾਣੀ ਸੀ ਜੋ ਇਸ ਦੇ ਭਲੇ ਵਾਸਤੇ ਹੁੰਦੀ, ਪਰ ਇਹ ਭੱਖ ਖਾ ਕੇ ਆਪਣੇ ਜੀਵਨ ਨੂੰ ਕੁਰਾਹੇ ਤੇ ਪਾ ਦਿੱਤਾ। ਇੰਝ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਜਦੋਂ ਮਨ ਇਹਨਾਂ ਇੰਦਰੀਆਂ ਦੇ ਅਧੀਨ ਚੱਲਣ ਲੱਗ ਪੈਂਦਾ, ਮਨ ਵਿਕਾਰੀ ਹੋ ਕੇ ਇਹਨਾਂ ਇੰਦਰੀਆਂ ਦੇ ਆਖੇ ਲੱਗਣ ਲੱਗ ਪੈਂਦਾ, ਤਾਂ ਫਿਰ ਇਹ ਅੱਖਾਂ ਆਪਣਾ ਮਕਸਦ ਹੀ ਭੁੱਲ ਜਾਂਦੀਆਂ ਨੇ। ਭਾਈ ਗੁਰਦਾਸ ਜੀ ਆਖਦੇ ਨੇ, ਅੱਖੀਂ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖਾਂ ਦਾ ਜੋ ਅਸਲ ਮਕਸਦ ਸੀ ਉਹ ਭੁੱਲ ਜਾਂਦੀਆਂ ਨੇ। ਇਹ ਅੱਖਾਂ ਕਾਹਦੇ ਵਾਸਤੇ ਸਾਨੂੰ ਮਿਲੀਆਂ ਸਨ? ਇਹ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਹੀ ਸੁੱਖ ਮਾਣਨ ਦਾ ਯਤਨ ਕਰਨ ਲੱਗ ਪੈਂਦਾ ਇਹ ਮਨ, ਤੇ ਅੱਖਾਂ ਕਦੀ ਰੱਜਦੀਆਂ ਨਹੀਂ। ਰੂਪ ਤੱਕ ਕੇ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਇਹ ਕਦੀ ਇਹਨਾਂ ਦਾ ਰਜ, ਇਹਨਾਂ ਦੀ ਤ੍ਰਿਪਤੀ ਹੁੰਦੀ ਹੀ ਨਹੀਂ। ਉਸ ਤੋਂ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਇਹ ਕੰਨ ਜੋ ਅਸਲ ਮਕਸਦ ਭੁੱਲ ਜਾਂਦੇ ਹਨ ਅਤੇ ਇਹਨਾਂ ਕੰਨਾਂ ਰਾਹੀਂ ਇਹ ਮਨੁੱਖ ਆਪਣੀ ਉਸਤਤ ਸੁਣਨਾ ਚਾਹੁੰਦਾ ਹੈ,
ਇਹਨਾਂ ਕੰਨਾਂ ਰਾਹੀਂ ਇਹ ਦੂਜੇ ਦੀ ਨਿੰਦਿਆ ਸੁਣਨੀ ਪਸੰਦ ਕਰਦਾ ਹੈ ਅਤੇ ਇੰਜ ਇਹ ਕਦੀ ਰੱਜਦੇ ਹੀ ਨਹੀਂ ਕੰਨ ਵੀ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਕਦੀ ਰੋਂਦਾ ਹੈ ਜਦੋਂ ਆਪਣੀ ਨਿੰਦਿਆ ਹੁੰਦੀ ਹੋਵੇ। ਦੂਜੇ ਦੀ ਨਿੰਦਿਆ ਹੁੰਦੀ ਹੋਵੇ ਤਾਂ ਖੁਸ਼ ਹੁੰਦਾ ਹੈ, ਆਪਣੀ ਉਸਤਤ ਹੁੰਦੀ ਹੋਵੇ ਤੇ ਖੁਸ਼, ਦੂਸਰੇ ਦੀ ਉਸਤਤ ਹੋਵੇ ਤਾਂ ਨਾਰਾਜ਼। ਇੰਜ ਇਹ ਵਿਕਾਰ ਇਸ ਨੂੰ ਇਸ ਤਰ੍ਹਾਂ ਆਪਣੇ ਚੁੰਗਲ ਵਿੱਚ ਫਸਾਈ ਰੱਖਦੇ ਨੇ ਮਨ ਨੂੰ। ਸਾਦੀ ਜੀਭ ਨਾ ਰੱਜੀਆ ਕਰ ਭੋਗ ਵਿਲਾਸੇ, ਦੁਨੀਆ ਦੇ ਰੰਗ ਬਰੰਗੇ ਭੋਜਨ ਖਾ ਖਾ ਕੇ ਵੀ ਇਹ ਕਦੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਅਤੇ ਉਹਨਾਂ ਵਿੱਚ ਹੀ ਸੁੱਖ ਭਾਲਦਾ ਹੈ ਕਿ ਖਾਣਾ ਪੀਣਾ ਹੀ ਸਭ ਜ਼ਿੰਦਗੀ ਦਾ ਇੱਕ ਆਸਰਾ ਹੈ। ਇਸ ਤਰ੍ਹਾਂ ਦੁਨੀਆ ਦੇ ਭੋਗ ਵਿਲਾਸ ਕਰਕੇ ਵੀ ਇਹ ਜੀਭ ਕਦੀ ਤ੍ਰਿਪਤ ਨਹੀਂ ਹੁੰਦੀ। ਸਾਦੀ ਜੀਭ ਨਾ ਰੱਜੀਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ, ਨੱਕ ਕਦੀ ਸੁਗੰਧੀਆਂ ਲੈ ਲੈ ਕੇ ਰੱਜਦਾ ਨਹੀਂ। ਰੰਗ ਬਰੰਗੇ ਅਤਰ ਫੁਲੈਲ, ਕਿਤਨੇ ਤਰ੍ਹਾਂ ਦੇ ਇਹ ਸੁਗੰਧੀਆਂ ਵਰਤ ਕੇ ਆਪਣੇ ਮਨ ਨੂੰ ਲੁਭਾਇਮਾਨ ਕਰਨ ਦਾ ਯਤਨ ਕਰਦਾ ਰਹਿੰਦਾ। ਕਦੀ ਦੁਰਗੰਧ ਇਸ ਨੂੰ ਬਦਬੂ ਤੰਗ ਕਰਦੀ ਹੈ, ਕਦੀ ਇਹ ਸੁਗੰਧੀ ਵਾਲੇ ਪਦਾਰਥਾਂ ਤੇ ਖੁਸ਼ ਹੋਣ ਲੱਗਦਾ ਹੈ। ਇਸ ਤਰ੍ਹਾਂ ਉੱਪਰ ਥੱਲੇ ਇਹ ਮਨ ਡੱਕੋ ਡੋਲੇ ਖਾਂਦਾ ਰਹਿੰਦਾ। ਰੱਜ ਨਾ ਕੋਈ ਜੀਵਿਆ, ਇਵੇਂ ਇਹ ਜਿਹੜੇ ਪੰਜ ਇੰਦਰੇ ਸਨ ਇਹ ਕਦੀ ਰੱਜਦੇ ਨਹੀਂ, ਤ੍ਰਿਪਤ ਨਹੀਂ ਹੁੰਦੇ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਇਹ ਕੂੜ ਦਾ ਪ੍ਰਵਾਸਾ ਸੀ, ਇਹ ਕੂੜੇ ਭਰੋਸੇ ਸਨ ਜਿਨ੍ਹਾਂ ਵਿੱਚ ਲੱਗ ਕੇ ਇਹ ਗਿਆਨ ਇੰਦਰੇ ਇਸ ਮਨ ਨੂੰ ਲੁਭਾਏਮਾਨ ਬਣਾਈ ਰੱਖਦੇ ਨੇ। ਪਰ ਕੋਈ ਵਿਰਲਾ ਮਨੁੱਖ ਹੈ ਜਿਹੜਾ ਆਪਣੇ ਗੁਰੂ ਪੀਰ ਤੋਂ ਗੁਰਮਤਿ ਦੀ ਜਾਗ ਲੈ ਕੇ, ਗੁਰੂ ਪੀਰ ਤੋਂ ਸਿੱਖਿਆ ਲੈ ਕੇ ਉਹਦਾ ਮੁਰੀਦ ਬਣ ਜਾਂਦਾ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਪ੍ਰੀ ਪੀਰ ਮੁਰੀਦਾਂ ਪਿਰ ਹੜੀ, ਸੱਚੀ ਰਹਿ ਰਾਸੇ। ਜਿਸ ਨੇ ਆਪਣੇ ਜੀਵਨ ਦੀ ਅਸਲ ਪੂੰਜੀ ਨੂੰ ਸਮਝ ਲਿਆ ਕਿ ਅੱਖਾਂ ਕਾਹਦੇ ਵਾਸਤੇ ਮਿਲੀਆਂ ਸਨ, ਉਹਨੂੰ ਸਮਝਾ ਦਿੱਤਾ ਗੁਰਬਾਣੀ ਨੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ। ਇਹ ਮੇਰੀ ਅੱਖੋ, ਤੁਹਾਨੂੰ ਪਰਮਾਤਮਾ ਨੇ ਤੁਹਾਡੇ ਅੰਦਰ ਐਸੀ ਸ਼ਕਤੀ ਪਾਈ ਹੈ ਕਿ ਤੁਸੀਂ ਹਰ ਬਿਨ ਅਵਰ ਨਾ ਦੇਖੋ ਕੋਈ। ਇਹਨਾਂ ਅੱਖਾਂ ਨਾਲ ਹਰ ਇੱਕ ਵਿੱਚ ਰੱਬ ਦੇ ਦੀਦਾਰ ਕਰੋ, ਐਸਾ ਪ੍ਰਯੋਜਨ ਹੈ। ਤੇ ਕੰਨਾਂ ਨੂੰ ਇਹ ਗੱਲ ਸਮਝਾਈ ਗਈ, ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੂੰ ਪਠਾਈ। ਇਹ ਮੇਰੇ ਕੰਨੋਂ, ਤੁਹਾਨੂੰ ਪਰਮਾਤਮਾ ਨੇ ਇਹ ਦਾਤ ਬਖਸ਼ੀ ਹੈ ਕਿ ਇਹਨਾਂ ਕੰਨਾਂ ਨਾਲ ਤੁਸੀਂ ਆਵਾਜ਼ ਸੁਣ ਸਕਦੇ ਹੋ, ਪਰ ਇਹਨਾਂ ਕੰਨਾਂ ਨਾਲ ਸੱਚ ਦੀ ਆਵਾਜ਼ ਸੁਣਿਆ ਕਰੋ ਤਾਂ ਕਿ ਤੁਸੀਂ ਤ੍ਰਿਪਤ ਹੋ ਸਕੋ, ਸ਼ਾਂਤ ਰਹਿ ਸਕੋ, ਤੁਹਾਡੇ ਅੰਦਰ ਸੰਤੋਖ ਆ ਸਕੇ। ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੂੰ ਪਠਾਈ। ਅਤੇ ਇਹ ਰਸਨਾ ਦਿੱਤੀ ਪਰਮਾਤਮਾ ਨੇ, ਇਸ ਰਸਨਾ ਨਾਲ ਉਸ ਪ੍ਰਭੂ ਦੇ ਗੁਣ ਵੀ ਗਾਇਆ ਕਰੋ। ਹੋਰ ਦੁਨੀਆ ਦੇ ਸਵਾਦ ਚੱਖ ਚੱਖ ਕੇ ਮੱਛੀ ਦੀ ਤਰ੍ਹਾਂ ਜੀਭ ਦੇ ਚਸਕੇ ਵਿੱਚ ਫਸ ਕੇ ਆਪਣੇ ਜੀਵਨ ਦੀ ਤਬਾਹੀ ਤਾਂ ਕਰ ਰਹੀ ਹੈ ਇਹ ਜੀਭ, ਪਰ ਇਸ ਜੀਭਾ ਦੇ ਨਾਲ ਕਦੀ ਉਸ ਪਰਮਾਤਮਾ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ। ਵਿਚਾਰ ਕਰ ਰਹੇ ਸੀ ਕਿ ਜਦੋਂ ਮਨੁੱਖ ਦਾ ਮਨ ਵਿਕਾਰਾਂ ਦੇ ਅਧੀਨ ਚੱਲਦਾ ਹੈ ਤਾਂ ਇਹ ਵਿਕਾਰ ਇਸ ਮਨ ਤੇ ਪ੍ਰਭਾਵ ਪਾਉਂਦੇ ਹਨ ਅਤੇ ਮਨ ਨੂੰ ਕੁਰਾਹੇ ਪਾਉਂਦੇ ਹਨ। ਪਰ ਜਦੋਂ ਇਹਨਾਂ ਵਿਕਾਰਾਂ ਤੋਂ ਦੁਖੀ ਹੋ ਕੇ ਇਸ ਮਨੁੱਖ ਦੇ ਮਨ ਨੂੰ ਗੁਰੂ ਦੀ ਮੱਤ ਸਮਝ ਆਉਂਦੀ ਹੈ, ਗੁਰੂ ਦੇ ਗਿਆਨ ਦਾ ਪਤਾ ਚੱਲਦਾ ਹੈ, ਤਾਂ ਇਹ ਮਨ ਵਿਕਾਰਾਂ ਤੋਂ ਬਚ ਕੇ ਫਿਰ ਸਹੀ ਰਾਹ ਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਪਰ ਇਹ ਆਉਂਦੀ ਸਮਝ ਉਦੋਂ ਹੈ ਜਦੋਂ ਸੱਚਾ ਗੁਰੂ ਇਸ ਨੂੰ ਸਮਝਾਉਂਦਾ ਹੈ, ਇਹ ਜਿਹੜਾ ਤੇਰਾ ਸਰੀਰ ਰੂਪੀ ਕਿਲਾ ਹੈ, ਇਸ ਦੇ ਅੰਦਰ ਪੰਜ ਵਿਕਾਰ ਜਿਹੜੇ ਤੇਰੇ ਤੇ ਹਾਵੀ ਨੇ, ਉਹਨਾਂ ਤੋਂ ਬਚਣਾ ਕਿਵੇਂ ਹੈ। ਤਾਂ ਭਗਤ ਕਬੀਰ ਜੀ ਕਹਿੰਦੇ ਹਨ, ਏਕ ਕੋਟ ਪੰਜ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਹੀਂ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ। ਭਗਤ ਕਬੀਰ ਜੀ ਆਖਦੇ ਹਨ ਕਿ ਇੱਕ ਸਰੀਰ ਰੂਪੀ ਕਿਲਾ, ਜਿਸ ਦੇ ਅੰਦਰ ਇਹ ਪੰਜ ਸਿਕਦਾਰ ਚੌਧਰੀ ਵਿਕਾਰ ਇਹ ਵਸਦੇ ਹਨ ਅਤੇ ਇਹ ਪੰਚੇ ਹੀ ਮੈਨੂੰ ਦੁਖੀ ਕਰਦੇ ਰਹਿੰਦੇ ਹਨ। ਪਰ ਜਦੋਂ ਗੁਰੂ ਦੀ ਮੱਤ ਮੈਨੂੰ ਸਮਝ ਆ ਗਈ, ਭਗਤ ਕਬੀਰ ਜੀ ਆਖਦੇ ਹਨ, ਉਦੋਂ ਮੈਂ ਇਹਨਾਂ ਵਿਕਾਰਾਂ ਦੇ ਆਖੇ ਲੱਗਣਾ ਛੱਡ ਦਿੱਤਾ। ਇਹ ਵਿਕਾਰ ਹੁਣ ਮੈਨੂੰ ਤੰਗ ਨਹੀਂ ਕਰ ਪਾ ਰਹੇ। ਜਿਮੀ ਨਹੀਂ ਮੈਂ ਕਿਸੇ ਕੀ ਬੋਈ, ਕਿਉਂਕਿ ਮੈਂ ਇਹਨਾਂ ਦੀ ਤਾਬੇਦਾਰੀ ਛੱਡ ਦਿੱਤੀ, ਮੈਂ ਇਹਨਾਂ ਦੀ ਗੁਲਾਮੀ ਤਿਆਗ ਦਿੱਤੀ, ਇਹਨਾਂ ਚੌਧਰੀਆਂ ਦੇ ਆਖੇ ਲਾ ਕੇ ਆਪਣੇ ਆਪ ਨੂੰ ਖੁਆਰ ਨਹੀਂ ਕਰਦਾ। ਜਿਮੀ ਨਹੀਂ ਮੈਂ ਕਿਸੇ ਕੀ ਬੋਈ, ਮੈਂ ਕਿਸੇ ਦੀ ਜ਼ਮੀਨ ਨਹੀਂ, ਹੁਣ ਮੁਜਾਰਾ ਨਹੀਂ ਬਣਦਾ। ਇਸ ਲਈ ਐਸਾ ਦੀਨ ਦੁਖਾਲਾ, ਹੁਣ ਇਹਨਾਂ ਦੇ ਕਿਸੇ ਵੀ ਦੁੱਖ ਦੀ ਮੈਨੂੰ ਕੋਈ ਪਰਵਾਹ ਨਹੀਂ ਰਹਿੰਦੀ, ਕਿਉਂਕਿ ਗੁਰੂ ਨੇ ਸਮਝਾ ਦਿੱਤਾ ਕਿ ਇਸ ਸਰੀਰ ਦੀ ਜੋ ਬਣਤਰ ਹੈ ਪ੍ਰਮਾਤਮਾ ਨੇ ਤੈਨੂੰ ਕਿਸੇ
ਕਾਰਜ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਅਤੇ ਇਸ ਸਰੀਰ ਦੇ ਅੰਦਰ ਜੋ ਪ੍ਰਮਾਤਮਾ ਨੇ ਤੇਰੇ ਅੰਦਰ ਇਹ ਗਿਆਨ ਇੰਦਰੀ ਤੇ ਕਰਮ ਇੰਦਰੀ ਪੈਦਾ ਕੀਤੇ ਨੇ ਅਤੇ ਇਹਨਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ। 9 ਡਾਢੀ 10 ਮੁਸਫ ਧਾਵੇਂ ਰਈਅਤ ਬਸਨ ਨ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ। 9 ਡਾਢੀ ਭਾਵ 9 ਦਰਵਾਜ਼ੇ, ਸਰੀਰ ਦੇ 9 ਦੁਆਰ, ਇਹ ਸਾਰੇ ਇਸ ਸਰੀਰ ਦੇ ਅੰਦਰ ਇਸ ਮਨ ਦੇ ਆਖੇ ਲੱਗ ਕੇ ਇਹਨਾਂ ਦੇ ਰਾਹੀਂ ਮਨੁੱਖ ਜਿਹੜੇ ਚੰਗੇ ਜਾਂ ਮੰਦੇ ਕਰਮ ਕਰਦਾ ਹੈ। 9 ਦਰਵਾਜ਼ੇ, 2 ਅੱਖਾਂ, 2 ਨੱਕ, 2 ਕੰਨ, 1 ਮੂੰਹ, 1 ਲਿੰਗ ਤੇ ਗੋਦਾ, ਡਾਢੀ ਜ਼ਮੀਨ ਮਾਪਣ ਵਾਲੇ ਜਰੀਬ ਕਸ਼ ਜਿਹੜੇ ਜ਼ਮੀਨ ਨਾਪਦੇ ਨੇ, ਇਹਨਾਂ ਦੇ ਰਾਹੀਂ ਇਹ ਵਿਕਾਰ ਆਪਣਾ ਅਸਰ ਪਾਉਂਦੇ ਨੇ। 10 ਮੁਸਫ ਧਾਵੇਂ, 5 ਗਿਆਨ ਇੰਦਰੇ ਅਤੇ 5 ਕਰਮ ਇੰਦਰੇ, ਇਹਨਾਂ ਦੇ ਅਧੀਨ ਚੱਲ ਕੇ ਇਹ ਮਨ ਇਹਨਾਂ ਵਿਕਾਰਾਂ ਵਿੱਚ ਫਸਦਾ। ਮੁਸਫ ਧਾਵੇਂ ਅਤੇ ਇਹ ਇਨਸਾਫ ਕਰਨ ਵਾਲੇ ਬਣਨ ਦੀ ਬਜਾਏ ਇਹ ਦੌੜ ਦੌੜ ਕੇ ਮੈਨੂੰ ਵਿਕਾਰਾਂ ਵਿੱਚ ਫਸਾਉਂਦੇ ਹਨ ਅਤੇ ਮੇਰੇ ਅੰਦਰ ਜੋ ਸ਼ੁਭ ਗੁਣਾਂ ਦੀ ਪਰਜਾ ਹੈ ਉਹਨਾਂ ਨੂੰ ਇਹ ਵਸਣ ਹੀ ਨਹੀਂ ਦਿੰਦੇ। ਜਦੋਂ ਮਨੁੱਖ ਵਿਕਾਰੀ ਹੋ ਜਾਂਦਾ ਹੈ, ਇਹਦੇ ਅੰਦਰੋਂ ਔਗੁਣ ਜਿਹੜੇ ਹਨ ਉਹ ਪ੍ਰਭਾਵੀ ਹੋ ਜਾਂਦੇ ਹਨ ਅਤੇ ਗੁਣਾਂ ਦੀ ਪੂੰਜੀ ਲੁੱਟੀ ਜਾਂਦੀ ਹੈ। ਇਸ ਨੂੰ, ਇਸ ਜ਼ਮੀਨ ਦੇ ਉੱਪਰ ਕੰਮ ਕਰਨ ਵਾਲੇ ਨੂੰ ਬਾਕੀ ਉਹਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਇੰਜ ਇਹ ਜਿਹੜੇ ਵਿਕਾਰ ਨੇ ਇਸ ਦੇ ਅੰਦਰ ਚੰਗੇ ਗੁਣਾਂ ਨੂੰ ਟਿਕਣ ਨਹੀਂ ਦਿੰਦੇ। ਰਈਅਤ ਬਸਰ ਨਾ ਦੇਹੀ, ਰਿਆਇਆ ਪਾਪ ਪਰਜਾ, ਜਿਨ੍ਹਾਂ ਚੰਗੇ ਗੁਣਾਂ ਦੇ ਅਧੀਨ ਚੱਲ ਕੇ ਇਸ ਨੇ ਜੀਵਨ ਸੁਖੀ ਬਣਾਉਣਾ ਸੀ, ਉਹ ਇਸ ਨੂੰ ਟਿਕਣ ਨਹੀਂ ਦਿੰਦੇ ਅਤੇ ਇਹ ਮਨੁੱਖ ਵਿਕਾਰਾਂ ਵਿੱਚ ਫਸ ਕੇ ਟੈਕਸ ਭਰਦਾ ਰਹਿੰਦਾ ਹੈ, ਉਹਨਾਂ ਦਾ ਜ਼ੁਲਮ ਸਹਿੰਦਾ ਰਹਿੰਦਾ ਹੈ, ਵਿਕਾਰਾਂ ਦੇ ਅੰਦਰ ਫਸ ਕੇ ਆਪਣੇ ਜੀਵਨ ਨੂੰ ਗਲਤ ਰਾਹ ਤੇ ਤੋੜ ਕੇ, ਕਦੀ ਕਾਮ ਵਿੱਚ ਫਸ ਕੇ, ਕ੍ਰੋਧ ਵਿੱਚ ਫਸ ਕੇ, ਲੋਭ ਦੇ ਵਿੱਚ ਫਸ ਕੇ ਇਹ ਵਿਕਾਰੀ ਜੀਵਨ ਬਤੀਤ ਕਰਦਾ ਹੈ। ਤੇ ਭਗਤ ਕਬੀਰ ਜੀ ਆਖਦੇ ਹਨ, ਜਿਵੇਂ ਮੱਛੀ, ਮਿਰਗ, ਪਤੰਗਾ, ਭਰਿੰਗ, ਭਵਰਾ ਅਤੇ ਕੁੰਚਰ ਇੱਕ ਇੱਕ ਵਿਕਾਰ ਇਹਨਾਂ ਨੂੰ ਪਰਮਾਤਮਾ ਨੇ ਦਿੱਤਾ ਹੈ, ਉਹਨਾਂ ਵਿਕਾਰਾਂ ਵਿੱਚ ਫਸ ਕੇ ਆਪਣਾ ਜੀਵਨ ਤਬਾਹ ਕਰ ਲੈਂਦੇ ਨੇ। ਪਰ ਇਸ ਮਨੁੱਖ ਨੂੰ ਤਾਂ ਪਰਮਾਤਮਾ ਨੇ 5 ਦੋਖ ਅਸਾਧ ਜਾਮੈ ਤਾਂ ਕਿ ਕਿਤ ਕਾਸ, ਇਹਨੂੰ ਕਿਵੇਂ ਬਚ ਸਕਦਾ ਸੀ ਇਹਨਾਂ ਵਿਕਾਰਾਂ ਤੋਂ। ਇਸ ਮਨੁੱਖ ਦਾ ਮਨ ਵੀ ਫਸ ਗਿਆ, ਪਰ ਜਦੋਂ ਮਨ ਨੇ ਗੁਰੂ ਦੀ ਗੱਲ ਦੁਖੀ ਹੋ ਕੇ ਉਸ ਗੁਰੂ ਦੇ ਅੱਗੇ ਪੁਕਾਰ ਕੀਤੀ ਕਿ ਹੇ ਸਤਿਗੁਰੂ, ਮੈਨੂੰ ਜੀਵਨ ਦੇ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖੋ, ਤਾਂ ਗੁਰੂ ਨੇ ਇੱਕ ਰਾਹਦਾਰੀ ਬਣਾਈ, ਗੁਰੂ ਨੇ ਇੱਕ ਜ਼ਰੀਆ ਬਣਾਇਆ ਕਿ ਦੇਖ ਇਹਨਾਂ ਵਿਕਾਰਾਂ ਨੂੰ ਕਿਵੇਂ ਆਪਣੇ ਵੱਸ ਵਿੱਚ ਕਰਨਾ ਅਤੇ ਉਹ ਰਾਹਦਾਰੀ ਸੀ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਨੂੰ ਢਾਲਣ ਦੀ। ਜੇ ਗੁਰੂ ਕਿਰਪਾ ਕਰਕੇ ਸਾਡੀ ਇਹ ਅਰਦਾਸ ਸੁਣ ਲਵੇ, ਸਾਡਾ ਇਹ ਪੁਕਾਰ ਸੁਣ ਲਵੇ, ਤਾਂ ਕੰਨਾਂ ਦਾ ਚਸਕਾ, ਉਸਤਤ ਨਿੰਦਾ ਦਾ ਚਸਕਾ, ਰੂਪ ਅੱਖਾਂ ਦਾ ਚਸਕਾ, ਵੇਖ ਕੇ ਕਿਸੇ ਦੇ ਰੂਪ ਤੇ ਮੋਹਿਤ ਹੋਣ ਦਾ ਚਸਕਾ, ਨੱਕ ਰਾਹੀਂ ਗੰਧ ਸੁਗੰਧ ਦਾ ਚਸਕਾ, ਜ਼ਮੀਨਾਂ ਦਾ ਚਸਕਾ, ਇਹ ਸੁਣ ਕੇ ਗੰਧ ਤੇ ਸੁਗੰਧ ਦੀ ਜਿਹੜੀ ਲਾਨਤ ਹੈ ਇਸ ਤੋਂ ਬਚ ਸਕਦਾ ਹੈ। ਪਰ ਜੇ ਇਸ ਨੂੰ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰਨਾ ਆ ਜਾਏ। ਤੇ ਅਗਲੇ ਬੰਦ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਗੁਰੂ ਇਸ ਨੂੰ ਸਹੀ ਰਾਹ ਦੱਸਦਾ ਹੈ ਕਿ ਅੱਖਾਂ ਨਾਲ ਤੁਸੀਂ ਕੀ ਕਰਨਾ ਹੈ, ਅੱਖਾਂ ਨਾਲ ਤੁਹਾਡੇ ਜੀਵਨ ਦਾ ਅਸਲ ਮਕਸਦ ਹੈ ਕਿ ਉਸ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰ ਸਕੋ, ਹਰ ਇੱਕ ਜੀਵ ਦੇ ਅੰਦਰ ਉਸ ਰੱਬ ਦੀ ਜੋਤ ਨੂੰ ਵੇਖੋ, ਕੰਨਾਂ ਨਾਲ ਉਸ ਵਾਹਿਗੁਰੂ ਦੀ ਉਸਤਤ ਸੁਣੋ, ਜ਼ਬਾਨ ਨਾਲ ਉਸ ਵਾਹਿਗੁਰੂ ਦੇ ਗੁਣ ਗਾਓ, ਹੱਥਾਂ ਪੈਰਾਂ ਨਾਲ ਉਸ ਖਲਕਤ ਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰੋ। ਇੰਜ ਇਹ ਸਾਰਿਆਂ ਇਸ ਰਾਹ ਤੇ ਤੁਰ ਕੇ ਇਹ ਸਰੀਰ ਵਿਕਾਰਾਂ ਤੋਂ ਬਚ ਜਾਂਦਾ ਹੈ। ਅਤੇ ਫਿਰ ਉਹ ਤਰੀਕਾ ਕੀ ਹੈ, ਅਗਲੇ ਬੰਦ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਾਈ। 72 ਘਰ, ਇੱਕ ਕਿਲਾ, ਇਹ ਕੋਠ, ਇਹ ਜ਼ਮੀਨ, ਇਹ ਭਾਵ ਇਹ ਸਰੀਰ 72 ਕੋਠੜੀਆਂ ਵਾਲਾ ਸਰੀਰ। ਜਦੋਂ ਅਸੀਂ ਵੇਖਦੇ ਹਾਂ ਸਰੀਰ ਦੇ ਅੰਦਰ 72 ਘਰ ਤੋਂ ਭਾਵ ਸਮੁੱਚਾ ਸਰੀਰ, ਇਹ ਸਾਰਾ ਸਰੀਰ, ਇਸ ਦੇ ਅੰਦਰ ਗੁਰੂ ਨੇ ਕਿਰਪਾ ਕੀਤੀ, ਮੈਨੂੰ ਇਸ ਸਰੀਰ ਦੇ ਅੰਦਰ ਹੀ ਵਸਦਾ ਉਹ ਪ੍ਰਮਾਤਮਾ, ਉਹ ਪੁਰਖ, ਉਹ ਵਾਹਿਗੁਰੂ ਸਮਾਇਆ ਹੋਇਆ ਦਿਖਾ ਦਿੱਤਾ। ਅਤੇ ਗੁਰੂ ਨੇ ਫਿਰ ਮੈਨੂੰ ਇੱਕ ਨਾਮ ਦੀ ਰਾਹਦਾਰੀ ਬਖਸ਼ ਦਿੱਤੀ। ਇੱਕ ਜਿਵੇਂ ਪਾਸਪੋਰਟ ਲੈ ਕੇ ਕੋਈ ਮਨੁੱਖ ਦੂਜੇ ਦੇਸ਼ ਵਿੱਚ ਜਾਂਦਾ ਹੈ ਅਤੇ ਉਹ ਉਸ ਨੂੰ ਹਰ ਜਗ੍ਹਾ ਉਸ ਦੀ ਸਹਾਇਤਾ ਕਰਦਾ ਹੈ ਕਿ ਇਹ ਮਨੁੱਖ ਕਿਹੋ ਜਿਹਾ ਹੈ, ਉਹ ਰਾਹਦਾਰੀ ਉਸ ਦੇ ਹਰ ਜਗ੍ਹਾ ਕੰਮ ਆਉਂਦੀ ਹੈ।
ਜਿਵੇਂ ਕਿਸੇ ਦਾ ਪਾਸ ਬਣਿਆ ਹੋਵੇ, ਇਵੇਂ ਗੁਰੂ ਇੱਕ ਪਾਸ ਬਣਾ ਕੇ ਦਿੰਦਾ ਹੈ। ਉਹ ਹੈ ਨਾਮ ਦਾ, ਉਹ ਹੈ ਸੱਚੇ ਉਪਦੇਸ਼ ਦਾ। ਉਨ ਦੀਆ ਨਾਮ ਲਿਖਾਈ, ਗੁਰੂ ਫਿਰ ਲਿਖ ਕੇ ਦਿੰਦਾ ਕਿ ਅਗਰ ਤੂੰ ਨਾਮ ਦੇ ਰਾਹ ਤੇ ਤੁਰੇਗਾ, ਅਗਰ ਤੂੰ ਨਾਮ ਦੇ ਰਸਤੇ ਤੇ ਤੁਰੇਗਾ, ਫਿਰ ਜਦੋਂ ਤੇਰਾ ਕਰਮਾਂ ਦਾ ਹਿਸਾਬ ਹੋਵੇਗਾ, ਜਿਹੜਾ ਧਰਮ ਰਾਜ ਕਿਹਾ ਜਾਂਦਾ ਹੈ ਕਿ ਤੇਰੇ ਹਿਸਾਬ ਕਿਤਾਬ ਰੱਖਦਾ ਹੈ, ਧਰਮ ਰਾਏ ਕਾ ਦਫ਼ਤਰ ਸੋਧਿਆ, ਉਸ ਦਫ਼ਤਰ ਵਿੱਚ ਜਦੋਂ ਤੇਰੇ ਹਿਸਾਬ ਕਿਤਾਬ ਦਾ ਪਰਚਾ ਖੁੱਲਣਾ, ਉਹ ਧਰਮਰਾਜ ਜਦ ਇਹ ਕਿਹਾ ਜਾਂਦਾ ਹੈ, ਧਰਮ ਰਾਏ ਦਰ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਹੇ ਜਰੀਰ, ਤੂੰ ਸਾਰੀ ਜ਼ਿੰਦਗੀ ਵਿੱਚ ਇਹਨਾਂ ਵਿਕਾਰਾਂ ਵਿੱਚ ਹੀ ਫਸਿਆ ਰਿਹਾ, ਵਾਹਿਗੁਰੂ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਰੱਖ ਰਿਹਾ ਹੈ। ਜਦੋਂ ਤੇਰੇ ਕਰਮਾਂ ਦਾ ਹਿਸਾਬ ਹੋਣਾ, ਉਸ ਦੱਸ ਕੀ ਮੂੰਹ ਲੈ ਕੇ ਜਾਏਗਾ। ਪਰ ਜਦੋਂ ਗੁਰੂ ਦੇ ਆਖੇ ਲੱਗ ਕੇ ਮਨੁੱਖ ਇਹਨਾਂ ਵਿਕਾਰਾਂ ਤੋਂ ਬਚ ਕੇ, ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਤੁਰਦਾ, ਇਸ ਸਰੀਰ ਦਾ ਅਸਲ ਮਕਸਦ ਪ੍ਰਭ ਮਿਲਣ ਕੀ ਇਹ ਜੀਵਨ ਜਾਚ ਸਿੱਖਦਾ ਹੈ, ਪ੍ਰਭ ਮਿਲਣਾ ਕੀ ਇਹ ਨਿਸ਼ਾਨੀ ਸਿੱਖ ਲੈਂਦਾ ਹੈ, ਉਦੋਂ ਧਰਮ ਰਾਏ ਕਾ ਦਫ਼ਤਰ ਸੋਧਿਆ। ਜਦੋਂ ਤੇਰੇ ਕਰਮਾਂ ਦਾ ਹਿਸਾਬ ਹੁੰਦਾ ਤਾਂ ਤੇਰੇ ਬਕਾਇਆ ਤੇਰੇ ਪਾਸ ਤੈਨੂੰ ਕੁਝ ਵੀ ਦੇਣ ਵਾਲਾ ਨਹੀਂ, ਭਾਵ ਤੂੰ ਸੁਰਖਰੂ ਹੋ ਜਾਂਦਾ ਇਹਨਾਂ ਵਿਕਾਰਾਂ ਤੋਂ, ਤੈਨੂੰ ਕੋਈ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ। ਤੋ 72 ਘਰ ਭਾਵ 72 ਕੋਠੜੀਆਂ ਵਾਲਾ ਘਰ ਰੂਪ ਇਹ ਸਾਰਾ ਸਰੀਰ, ਉਨ ਦਾ ਅਰਥ ਹੈ ਉਸ ਗੁਰੂ ਨੇ ਨਾਮ, ਪ੍ਰਭੂ ਦਾ ਨਾਮ ਲਿਖਾਈ, ਇਹ ਰਾਹਦਾਰੀ, ਇਹ ਗਿਆਨ ਦਾ ਇੱਕ ਪਾਸ ਬਣਾ ਕੇ ਮੈਨੂੰ ਦੇ ਦਿੱਤਾ। ਤੇ ਜਦੋਂ ਮੇਰੇ ਕਰਮਾਂ ਦਾ ਹਿਸਾਬ ਹੋਣ ਲੱਗਾ ਤੇ ਮੈਂ ਸਾਰੇ ਹੀ ਵਿਕਾਰਾਂ ਤੋਂ ਬਚਿਆ ਸਾਬਤ ਹੋ ਗਿਆ। ਬਾਕੀ ਰਿਜ਼ਮ ਨਾ ਖਾਈ, ਭਾਵ ਰਿਜ਼ਮ ਦਾ ਅਰਥ ਹੁੰਦਾ ਜ਼ਰਤਾ ਪਰ ਵੀ ਨਹੀਂ, ਮੇਰੇ ਵਾਸਤੇ ਬਾਕੀ ਕੁਝ ਵੀ ਨਹੀਂ ਬਚਿਆ। ਨਹੀਂ ਤਾਂ ਜੇ ਮੈਂ ਗੁਰੂ ਦੇ ਰਸਤੇ ਤੇ ਨਾ ਤੁਰਦੀ, ਮੈਂ ਫਿਰ ਆਪਣੇ ਲੇਖੇ ਦਾ ਹਿਸਾਬ ਦੇਣਾ ਪੈਣਾ ਸੀ। ਇਸ ਲਈ ਸਤਿਗੁਰੂ ਜੀ ਐਸੀ ਅਵਸਥਾ ਵਿੱਚ ਆ ਕੇ ਕਹਿੰਦੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸ਼ਰਾਮ। ਜਦੋਂ ਗੁਰੂ ਨੇ ਮੈਨੂੰ ਨਾਮ ਦੀ ਦਾਤ ਬਖਸ਼ੀ, ਉਦੋਂ ਮੇਰਾ ਮਨ ਜਿਹੜਾ ਵਿਕਾਰਾਂ ਦੇ ਪਿੱਛੇ ਚੱਲਦਾ ਸੀ, ਉਹ ਟਿਕ ਗਿਆ। ਉਸਨੇ ਵਿਕਾਰਾਂ ਦੇ ਪਾਸਿਓਂ ਮੂੰਹ ਮੋੜ ਲਿਆ ਅਤੇ ਮੇਰਾ ਮਨ ਹੁਣ ਚੈਨ ਵਿੱਚ ਆ ਗਿਆ, ਕਿਉਂਕਿ ਨਾਮ ਨੇ ਮੇਰੇ ਜੀਵਨ ਦੇ ਅੰਦਰ ਇੱਕ ਸਹਿਜ, ਇੱਕ ਟਿਕਾਊ, ਇੱਕ ਤ੍ਰਿਪਤੀ ਪੈਦਾ ਕਰ ਦਿੱਤੀ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰੂ ਗਿਆਨ ਦਿਓ ਮਨ ਸਮਝਾ। ਗੁਰੂ ਦਾ ਕਰਮ ਹੀ ਇਹ ਹੈ ਕਿ ਗੁਰੂ ਸਿੱਖ ਦੇ ਮਨ ਨੂੰ ਵਿਕਾਰਾਂ ਤੋਂ ਬਚਾ ਕੇ, ਗਲਤ ਕੰਮਾਂ ਤੋਂ ਹਟਾ ਕੇ ਉਸ ਨੂੰ ਐਸਾ ਗਿਆਨ ਬਖਸ਼ਦਾ ਹੈ ਕਿ ਉਹਦਾ ਮਨ ਫਿਰ ਸਮਝਣ ਲੱਗ ਪੈਂਦਾ ਹੈ। ਉਸ ਦਾ ਮਨ ਫਿਰ ਉਸ ਪਾਸਿਓਂ ਹਟ ਕੇ ਸੱਚ ਦੇ ਰਾਹ ਤੇ ਤੁਰਦਾ ਹੈ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਂਝਾ। ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਦਾ ਮਨ ਆਪਣੇ ਹਿਰਦੇ ਵਿੱਚ, ਉਰ ਦਾ ਅਰਥ ਹਿਰਦਾ ਹੈ, ਉਸ ਆਪਣੇ ਹਿਰਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਵਸਾ ਲੈਂਦੇ ਹਨ। ਫਿਰ ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਫਿਰ ਸਾਡੇ ਉਹ ਪਾਪਾਂ ਦੇ ਕਾਰਜ ਜਿਹੜੇ ਕਾਗਜ਼ ਨੇ, ਉਹ ਸਾਰੇ ਫਟ ਜਾਂਦੇ ਨੇ, ਕਿਉਂਕਿ ਸਾਡਾ ਲੇਖਾ ਜੋਖਾ ਵਾਹਿਗੁਰੂ ਨਿਬੇੜ ਦਿੰਦਾ ਹੈ ਕਿ ਇਸ ਮਨੁੱਖ ਨੇ ਗੁਰੂ ਦੇ ਰਾਹ ਤੇ ਤੁਰ ਕੇ ਆਪਣੇ ਜੀਵਨ ਨੂੰ ਸਫਲ ਕਰ ਰਿਹਾ ਹੈ। ਪਰ ਜਿਨ੍ਹਾਂ ਦਾ ਰੇਖਾ ਬਚਦਾ ਹੈ, ਜਿਨ੍ਹਾਂ ਦਾ ਹਿਸਾਬ ਕਿਤਾਬ ਦੇਣਾ ਬਣਦਾ ਹੈ, ਕਿਉਂਕਿ ਮਨੁੱਖ ਜੋ ਕਰਦਾ ਹੈ ਉਹੀ ਫਲ ਭੋਗਦਾ ਹੈ। ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ। ਉਹਨਾਂ ਦੀ ਤਾਂ ਜਿਹੜੀ ਬਕਾਇਆ ਰਾਸ਼ੀ ਹੈ, ਉਹ ਭਰਨੀ ਪੈਂਦੀ ਹੈ। ਜਿਹੜੇ ਮਨੁੱਖ ਵਿਕਾਰਾਂ ਵਿੱਚ ਖਚਤ ਹੁੰਦੇ ਹਨ, ਉਹਨਾਂ ਦਾ ਜੋ ਕਰਜ਼ਾ ਹੈ, ਉਹਨਾਂ ਦਾ ਜੋ ਮਾਮਲਾ ਹੈ, ਉਹਨਾਂ ਦਾ ਜੋ ਹਾਲਾ ਹੈ, ਉਹ ਹਮੇਸ਼ਾ ਉਹਨਾਂ ਨੂੰ ਸਤਾਈ ਰੱਖਦਾ ਹੈ। ਜਿਸ ਦਾ ਜ਼ਿਕਰ ਪਹਿਲੀ ਲਾਈਨ ਵਿੱਚ ਕੀਤਾ ਸੀ, ਏਕ ਕੋਟ ਪੰਜ ਸਿਕਦਾਰਾ, ਪੰਚੇ ਮੰਗੈ ਹਾਲਾ। ਤੇ ਆਖਰੀ ਬੰਦ ਵਿੱਚ ਜਾ ਕੇ ਭਗਤ ਕਬੀਰ ਜੀ ਹੁਣ ਸਮਝਾਉਂਦੇ ਹਨ ਕਿ ਇਹ ਭਾਈ, ਇਹ ਸਾਰੀ ਕਲਾ ਕਿਵੇਂ ਵਰਤਦੀ ਹੈ, ਗੁਰੂ ਕਿਵੇਂ ਸਾਡੇ ਮਨ ਨੂੰ ਬਦਲ ਦਿੰਦਾ ਹੈ, ਅਤੇ ਗੁਰੂ ਮਿਲਦਾ ਕਿਵੇਂ ਹੈ, ਅਤੇ ਉਹਦਾ ਸਾਧਨ ਹੈ ਕਿ ਗੁਰੂ ਦੀ ਸੰਗਤ ਵਿੱਚ ਜਾ ਕੇ ਮਨੁੱਖ ਜਦੋਂ ਬੈਠਦਾ ਹੈ, ਸਤ ਸੰਗਤ ਵਿੱਚ ਨਾਮ ਦੀ ਹੀ ਚਰਚਾ ਕੀਤੀ ਜਾਂਦੀ ਹੈ। ਸਤ ਸੰਗਤ ਵਿੱਚ ਜਾ ਕੇ ਨਾਮ ਦੀ ਹੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਸੰਗਤ ਵਿੱਚ ਜਾ ਕੇ ਸੱਚੇ ਨਾਮ ਦੀ ਗੱਲ ਸੁਣਨ ਨਾਲ ਹੀ ਤੇਰੇ ਜੀਵਨ ਦਾ ਕਲਿਆਣ ਹੋਵੇਗਾ। ਇਸ ਲਈ ਇਹ ਭਾਈ, ਸੰਤਾਂ ਨੂੰ ਭਾਵ ਸੰਗਤ ਨੂੰ ਕਦੀ ਘੱਟ ਨਾ ਸਮਝੋ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਬਬੇਕੋ। ਏਕੋ ਸ਼ਬਦ ਨੂੰ ਕੱਕੇ ਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗਾ, ਅਸਲ ਵਿੱਚ ਇਹ ਏਕ ਹੈ, ਪਰ ਕਾਵ ਤੋਲ ਨੂੰ ਪੂਰਾ ਕਰਨ ਲਈ ਹੋੜਾ ਲਗਾਇਆ। ਇਹਦਾ ਉਚਾਰਨ ਕਰਨਾ ਹੈ ਏਕੋ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਸੰਤ ਬਹੁਵਚਨ ਹੈ, ਭਾਵ ਸੰਗਤ ਕਰਨ ਵਾਲੇ ਹਮੇਸ਼ਾ ਉਸ ਸੱਚ ਨਾਲ ਜੁੜੇ ਹੁੰਦੇ ਹਨ, ਅਤੇ ਐਸੇ ਸੱਚ ਨਾਲ ਜੁੜੇ ਮਨੁੱਖਾਂ ਦੀ ਸੰਗਤ ਵਿੱਚ ਜੁੜ ਬੈਠ ਕੇ
ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾ ਸਕਦਾ ਹੈ, ਕਿਉਂਕਿ ਉੱਥੇ ਹਮੇਸ਼ਾ ਨਾਮ ਦੀ ਹੀ ਗੱਲ ਕੀਤੀ ਜਾਂਦੀ ਹੈ। ਇਸ ਲਈ ਇਹ ਭਾਈ ਕਬੀਰ ਸਾਹਿਬ ਜੀ ਆਖਦੇ ਹਨ, ਸੰਤ ਹਮੇਸ਼ਾ, ਕਿਉਂਕਿ ਸੰਤ ਉਹ ਨਹੀਂ ਕਿ ਕਿਸੇ ਪਹਿਰਾਵੇ ਦਾ ਨਾਮ ਹੈ। ਸੰਤ ਗੁਰਬਾਣੀ ਦੇ ਅੰਦਰ ਉਸ ਪਰਮਾਤਮਾ ਨੂੰ ਵੀ ਸੰਤ ਆਖਿਆ, ਜਦੋਂ ਕਿ ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ। ਅਤੇ ਸੰਤ ਹੈ ਹੀ ਉਹ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਯਾਦ ਜੁੜੀ ਹੋਵੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ, ਜੇ ਪੂਰਨ ਸੋਈ ਸੰਤ। ਕਿ ਜਿਨ੍ਹਾਂ ਨੇ ਕਦੀ ਵੀ ਆਪਣੇ ਸਾਸ ਗਿਰਾਸ ਪਰਮਾਤਮਾ ਦੇ ਨਾਮ ਨੂੰ ਨਹੀਂ ਭੁਲਾਇਆ, ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਨਾਮ ਦੀ ਗੱਲ ਟਿਕੀ ਹੋਈ ਹੈ, ਉਹ ਪੂਰਨ ਮਨੁੱਖ ਹਨ, ਉਹ ਧਨ ਹਨ, ਅਤੇ ਉਹ ਹੀ ਮਨੁੱਖ ਪੂਰਨ ਸੰਤ ਹਨ। ਅਤੇ ਐਸੇ ਸੰਤ ਜਨਾਂ ਨੂੰ ਕਦੀ ਵੀ ਮਾੜਾ ਨਾ ਆਖੀਏ, ਉਹਨਾਂ ਦੀ ਸੰਗਤ 'ਚ ਬੈਠ ਕੇ, ਕਿਉਂਕਿ ਉੱਥੇ ਹੀ ਇੱਕ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ। ਇਹ ਸਤਸੰਗਤ ਹੀ ਇੱਕ ਐਸਾ ਗੁਰ ਹੈ, ਐਸਾ ਗੁਰੂ ਹੈ, ਐਸਾ ਗਿਆਨ ਹੈ, ਜਾਕਾ ਨਾਉ ਵਿਵੇਕੋ। ਇੱਥੇ ਵਿਵੇਕੋ ਨੂੰ ਵੀ ਹੋੜਾ ਵੀ ਲੱਗਾ, ਔਂਕੜ ਵੀ ਲੱਗਾ, ਅਸਲ ਵਿੱਚ ਹੈ ਵਿਵੇਕ, ਉਚਾਰਨ ਕਰਨਾ ਹੈ ਵਿਵੇਕੋ, ਹੋੜਾ ਕਾਵਿ ਤੋਲ ਨੂੰ ਪੂਰਾ ਕਰਨ ਵਾਸਤੇ ਲੱਗਾ। ਤੇ ਗੁਰੂ ਦਾ ਨਾਮ ਵਿਵੇਕ ਹੈ। ਵਿਵੇਕ ਦਾ ਭਾਵ ਚੰਗੇ ਮੰਦੇ ਦੀ ਪਹਿਚਾਣ। ਸੰਗਤ ਵਿੱਚ ਆ ਕੇ ਹੀ ਮਨੁੱਖ ਠੀਕ ਕੀ ਹੈ ਤੇ ਗਲਤ ਕੀ ਹੈ, ਇਸ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਐਸਾ ਗੁਰੂ ਮਿਲ ਗਿਆ ਜਿਸ ਦਾ ਨਾਮ ਵਿਵੇਕ ਹੈ, ਜਿਸ ਦਾ ਨਾਮ ਸਮਝ ਹੈ, ਜਿਸ ਦਾ ਨਾਮ ਪੂਰਨ ਗਿਆਨਵਾਨ ਹੈ। ਐਸੇ ਗਿਆਨਵਾਨ ਗੁਰੂ ਨੇ ਮੈਨੂੰ ਜੀਵਨ ਦੀ ਐਸੀ ਸੋਝੀ ਬਖਸ਼ ਦਿੱਤੀ ਹੈ ਕਿ ਜਿਸ ਦੇ ਨਾਲ ਮੈਨੂੰ ਇਹ ਪਤਾ ਚੱਲ ਗਿਆ ਕਿ ਇਹ ਵਿਕਾਰ ਪਰਮਾਤਮਾ ਨੇ ਮੇਰੇ ਅੰਦਰ ਜੋ ਪੈਦਾ ਕੀਤੇ ਨੇ, ਇਹ ਮੇਰੇ ਭਲੇ ਵਾਸਤੇ ਪੈਦਾ ਕੀਤੇ ਨੇ, ਪਰ ਮੇਰਾ ਮਨ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਇਹਨਾਂ ਦਾ ਗੁਲਾਮ ਬਣ ਗਿਆ ਅਤੇ ਕੁਰਾਹੇ ਪੈ ਗਿਆ ਸੀ। ਪਰ ਜਦੋਂ ਮੈਂ ਅਰਦਾਸ ਕੀਤੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਹੇ ਸਤਿਗੁਰੂ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਜਦੋਂ ਮੈਂ ਅਰਦਾਸ ਕੀਤੀ ਕਿ ਗੁਰੂ ਨੇ ਫਿਰ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਣ ਦਾ ਰਾਹ ਖੋਲ ਦਿੱਤਾ। ਤੇ ਸਤਿਗੁਰੂ ਜੀ ਆਖਦੇ ਹਨ ਕਿ ਉਹ ਮਨੁੱਖ ਜਿਹੜੇ ਪਖੰਡੀਆਂ ਦਾ ਦਰ ਛੱਡ ਕੇ ਸੱਚੇ ਗੁਰੂ ਦੇ ਲੜ ਲੱਗ ਜਾਂਦੇ ਹਨ, ਉਹਨਾਂ ਦੇ ਜੀਵਨ ਵਿੱਚ ਉਹ ਸੰਤਾਂ ਨੂੰ ਕਦੀ ਵੀ ਮਾੜਾ ਨਹੀਂ ਆਖਦੇ, ਕਿਉਂਕਿ ਇੱਥੇ ਉਹਨਾਂ ਨੂੰ ਸੰਤ ਜਨਾਂ ਦੀ ਗੱਲ ਕਬੀਰ ਜੀ ਕਰਦੇ ਹਨ, ਜੋ ਰੱਬੀ ਗੁਣਾਂ ਨਾਲ ਭਰੇ ਹੁੰਦੇ ਹਨ। ਐਸੇ ਰੱਬੀ ਗੁਰਮੁਖਾਂ ਦੀ, ਗੁਰਸਿੱਖਾਂ ਦੀ, ਸੰਤ ਜਨਾਂ ਦੀ, ਭਗਤ ਜਨਾਂ ਦੀ, ਜਿਵੇਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਜਿਵੇਂ ਇਹਨਾਂ ਭਗਤਾਂ ਨੇ ਸਤਸੰਗਤ ਕਰਕੇ ਆਪਣੇ ਜੀਵਨ ਦਾ ਲਕਸ਼ ਪੂਰਾ ਕੀਤਾ, ਚਾਹੇ ਉਹ ਰਵਿਦਾਸ ਜੀ ਸਨ, ਚਾਹੇ ਉਹ ਭਗਤ ਕਬੀਰ ਜੀ ਸਨ, ਚਾਹੇ ਉਹ ਨਾਮਦੇਵ ਜੀ ਸਨ। ਇਵੇਂ ਹੀ ਸੰਤ ਜਨਾਂ ਦੀ ਸੰਗਤ 'ਚ ਰਹਿ ਕੇ ਹਰ ਮਨੁੱਖ ਸੱਚੀ ਰਾਹਦਾਰੀ ਨੂੰ ਪ੍ਰਾਪਤ ਕਰ ਸਕਦਾ ਹੈ। ਅਤੇ ਜਿਨ੍ਹਾਂ ਨੂੰ ਇਹ ਸੰਗਤ ਮਿਲ ਜਾਂਦੀ ਹੈ, ਉਹਨਾਂ ਨੂੰ ਸੰਗਤ ਵਿੱਚੋਂ ਹੀ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਹੋ ਸਕਦੇ ਹਨ। ਜਦੋਂ ਪ੍ਰਮਾਤਮਾ ਦੇ ਨਾਲ ਮਨੁੱਖ ਜੁੜ ਜਾਂਦਾ ਹੈ ਤੇ ਗੁਰੂ ਦੀ ਨਿਸ਼ਾਨੀ ਹੀ ਹੈ ਕਿ ਗੁਰੂ ਵਿਵੇਕ ਹੈ, ਗੁਰੂ ਗਿਆਨਵਾਨ ਹੈ, ਪੂਰਨ ਗਿਆਨ ਹੈ। ਇੱਥੇ ਗੁਰੂ ਦੀ ਅੱਗੇ ਅਰਦਾਸ ਕਰਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਹੀ ਕਾਮਨਾ ਹਰ ਸਿੱਖ ਕਰਦਾ ਹੈ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਬਖਸ਼ੋ, ਕੇਸ ਦਾਨ ਬਖਸ਼ੋ, ਰਹਿਤ ਦਾਨ ਬਖਸ਼ੋ, ਵਿਵੇਕ ਦਾਨ ਬਖਸ਼ੋ, ਵਿਸਾਹ ਦਾਨ, ਭਰੋਸਾ ਦਾਨ ਤੇ ਦਾਨਾ ਸਿਰਦਾਨ, ਨਾਮ ਦਾਨ ਬਖਸ਼ੋ, ਤਾਂ ਕਿ ਇਸ ਨਾਮ ਦੀ ਬਰਕਤ ਨਾਲ ਮੈਨੂੰ ਇਹ ਸਮਝ ਆ ਸਕੇ ਕਿ ਇਹਨਾਂ ਵਿਕਾਰਾਂ ਤੋਂ ਬਚਣ ਦਾ, ਇਹਨਾਂ ਵਿਕਾਰਾਂ ਦਾ ਨੁਕਸਾਨ ਕੀ ਹੈ ਅਤੇ ਇਹਨਾਂ ਵਿਕਾਰਾਂ ਨੂੰ ਇਸਤੇਮਾਲ ਕਿਵੇਂ ਕਰਨਾ ਹੈ। ਇਹ ਵਿਵੇਕ ਜਦੋਂ ਆ ਜਾਂਦਾ ਹੈ, ਉਦੋਂ ਸਾਡੀ ਨਿੱਤ ਦੀ ਅਰਦਾਸ ਵਿੱਚ ਇਹ ਸ਼ਬਦ ਸ਼ਾਮਲ ਹੋ ਜਾਂਦੇ ਹਨ। ਕਬੀਰ ਸਾਹਿਬ ਇਸ ਸ਼ਬਦ ਦੇ ਅਖੀਰਲੇ ਬੰਦ ਵਿੱਚ ਇਹੀ ਉਪਦੇਸ਼ ਕਰਦੇ ਹਨ ਕਿ ਇਹ ਭਾਈ ਕਦੇ ਵੀ ਸੰਗਤ ਦੀ ਨਿੰਦਿਆ ਨਾ ਕਰੋ, ਸੰਗਤ ਨੂੰ ਮਾੜਾ ਨਾ ਆਖੋ, ਕਿਉਂਕਿ ਸੰਗਤ ਵਿੱਚ ਹੀ ਉਹ ਪਰਮਾਤਮਾ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਕਿਉਂਕਿ ਸੰਤ ਰਾਮ ਹੈ ਇੱਕ, ਸੰਤ ਜਨ ਅਤੇ ਰਾਮ ਇੱਕ ਰੂਪ ਹਨ। ਮੈਂ ਵੱਡੇ ਭਾਗਾਂ ਨਾਲ ਐਸੇ ਗੁਰੂ ਸੰਤ ਨੂੰ ਪ੍ਰਾਪਤ ਕਰ ਲਿਆ ਹੈ, ਸੰਗਤ ਵਿੱਚ ਐਸੇ ਵਿਵੇਕ ਨੂੰ ਪ੍ਰਾਪਤ ਕਰ ਲਿਆ ਹੈ। ਜਿੱਥੇ ਹੋਰ ਦਾਤਾਂ ਮਿਲ ਗਈਆਂ ਹਨ, ਉੱਥੇ ਮੈਂ ਵਿਵੇਕ ਗੁਰੂ ਨੂੰ ਵੀ ਪ੍ਰਾਪਤ ਕਰ ਲਿਆ ਹੈ, ਜਿਸ ਦੀ ਬਰਕਤ ਨਾਲ ਮੇਰੇ ਜੀਵਨ ਵਿੱਚੋਂ ਇਹਨਾਂ ਵਿਕਾਰਾਂ ਦਾ ਨਾਸ਼ ਹੋ ਗਿਆ ਹੈ। ਮੈਂ ਇਹਨਾਂ ਵਿਕਾਰਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਐਸੇ ਰਾਹ ਤੇ ਤੁਰਿਆ ਕਿ ਫਿਰ ਮੈਨੂੰ ਕਿਸੇ ਵਿਕਾਰ ਦਾ ਡਰ ਰਹਿੰਦਾ ਹੀ ਨਹੀਂ। ਹਰ ਕੇ ਲੋਗਾ ਮੋਕੋ ਨੀਤ ਰਸੈ ਪਟਵਾਰੀ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹੋਂ ਲਿਆ ਉਬਾਰੀ। ਮੈਂ ਗੁਰੂ ਦੇ ਅੱਗੇ ਕੀਤੀ ਅਰਦਾਸ ਪੂਰੀ ਹੋਈ ਅਤੇ ਮੈਨੂੰ ਗੁਰੂ ਨੇ ਇਹਨਾਂ ਵਿਕਾਰਾਂ ਤੋਂ ਬਚਾ ਲਿਆ।
ਕਿ ਜਿਹੜੇ ਮੈਨੂੰ ਰੋਜ਼ ਮੇਰੇ ਕੋਲੋਂ ਹਾਲਾ ਮੰਗਦੇ ਸਨ, ਕਿ ਮੈਨੂੰ ਤੰਗ ਕਰੀ ਰੱਖਦੇ ਸਨ, ਮੈਨੂੰ ਸਤਾਈ ਰੱਖਦੇ ਸਨ, ਮੈਨੂੰ ਗਰੀਬ ਬਣਾਈ ਰੱਖਦੇ ਸਨ, ਐਸੇ ਗੁਰੂ ਨੇ ਮੇਰੇ ਉੱਪਰ ਕਿਰਪਾ ਕੀਤੀ, ਮੈਨੂੰ ਇਹ ਵਿਕਾਰਾਂ ਦਾ ਟਾਕਰਾ ਕਰਨਾ ਸਿਖਾ ਦਿੱਤਾ। ਗੁਰੂ ਦੀ ਇਹੀ ਬਖਸ਼ਿਸ਼ ਹੈ ਕਿ ਹਰ ਸਿੱਖ ਜਦੋਂ ਗੁਰੂ ਅੱਗੇ ਅਰਦਾਸ ਕਰਦਾ ਹੈ, ਉਹਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ। ਉਹ ਮਾੜੇ ਕੰਮਾਂ ਤੋਂ ਬਚ ਕੇ ਸੱਚ ਦੇ ਰਾਹ ਤੇ ਤੁਰਦਾ ਹੈ ਅਤੇ ਆਪਣੇ ਜੀਵਨ ਨੂੰ ਸਫਲ ਕਰਕੇ ਲੋਕ ਅਤੇ ਪਰਲੋਕ ਸੁਹੇਲਾ ਕਰ ਲੈਂਦਾ ਹੈ। ਆਤਮਿਕ ਜੀਵਨ ਵਿੱਚ ਵੀ ਅਤੇ ਸੰਸਾਰਿਕ ਜੀਵਨ ਦੇ ਅੰਦਰ ਵੀ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਇਹ ਲੋਕ ਤੇ ਪਰਲੋਕ ਸੁਹੇਲੇ ਕਰ ਦਿੰਦਾ ਹੈ। ਆਓ ਸਤਿਗੁਰੂ ਦੇ ਚਰਨਾਂ 'ਚ ਅਸੀਂ ਵੀ ਅਰਦਾਸ ਕਰੀਏ। ਭਗਤ ਕਬੀਰ ਜੀ ਨੇ ਜਿਵੇਂ ਇਹ ਆਪਣਾ ਵਿਸ਼ਵਾਸ ਸਾਡੇ ਝੋਲੀ ਵਿੱਚ ਪਾਇਆ ਹੈ, ਸਾਡਾ ਵਿਸ਼ਵਾਸ ਵੀ ਟਿਕ ਜਾਏ। ਅਸੀਂ ਗੁਰੂ ਦੇ ਅੱਗੇ ਇਹ ਨਿਤਾ ਪ੍ਰਤੀ ਅਰਦਾਸ ਕਰੀਏ। ਜਿੱਥੇ ਵਿਵੇਕ ਦਾਨ ਮੰਗਦੇ ਹਾਂ, ਉੱਥੇ ਵਿਵੇਕੀ ਬਣ ਕੇ ਆਪਣੇ ਜੀਵਨ ਵਿੱਚੋਂ ਵਿਕਾਰਾਂ ਦਾ ਨਾਸ਼ ਕਰ ਸਕੀਏ, ਤਾਂ ਕਿ ਸਾਡਾ ਜੀਵਨ ਵੀ ਸਤਿਗੁਰੂਮਈ ਹੋ ਜਾਏ, ਸਾਡਾ ਮਨ ਵੀ ਵਿਕਾਰਾਂ ਤੋਂ ਉੱਪਰ ਉੱਠ ਕੇ ਉਸ ਪ੍ਰਮਾਤਮਾ ਦੇ ਨਾਲ ਜੁੜ ਸਕੇ ਅਤੇ ਲੋਕ ਪਰਲੋਕ ਉਹ ਨਾਮ ਸਾਡੀ ਸਹਾਈ ਹੋ ਸਕੇ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।